ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਓ, ਰਮਈਆ ਕਾਰਨੇ ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਹਿਓ ਦਰਸ਼ਨ ਦੇਖੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੈਸੋ ਕਿਓ ਨ ਮੀਤ। ਚਾਲੇ ਥੇ ਹਰ ਮਿਲਨ ਕੋ, बीचै अटक्यो चीत। कबीर सिख साखा बहुते किए, कैसो कियो न मीत। वाहिगुरु जी का खालसा, वाहिगुरु जी की फतेह। जुगो जुग अटल चवर छतर तख्त ਸਿੰਘਾਸਨਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸੋ ਦਾ ਰਹਿਰਾਜ ਸਾਹਿਬ ਜੀ ਕੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਆਰਤੀ ਆਰਤਾ ਅਤੇ ਹਰ ਜਸ ਕੀਰਤਨ ਦੀ ਹਾਜ਼ਰੀ ਭਰੀ। ਆਪ ਸਭ ਜੀ ਨੇ ਸ਼ਰਵਣ ਕੀਤਾ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਇਲਾਹੀ ਰੱਬੀ ਬਾਣੀ ਸ਼ਲੋਕ ਭਗਤ ਕਬੀਰ ਜੀਓ ਕੇ। ਅੱਜ ਦੇ ਇਸ ਪਹਿਲੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਜੀ ਸਿੱਖਿਆ ਦੇ ਰਹੇ ਨੇ ਕਿ ਉਹ ਮਿੱਤਰ ਜਿਨ੍ਹਾਂ ਨੇ ਅਖੀਰ ਨੂੰ ਸਾਥ ਛੱਡ ਜਾਣਾ ਉਹ ਤਾਂ ਬੜੇ ਬਣਾਏ, ਪਰ ਇੱਕ ਐਸਾ ਮਿੱਤਰ ਹੈ ਜਿਹਨੇ ਇੱਥੇ ਵੀ ਸਾਥ ਨਿਭਾਉਣਾ ਹੈ ਅਤੇ ਅੱਗੇ ਵੀ ਸਾਥ ਨਿਭਾਉਣਾ ਹੈ। ਕੇਸੋ ਕੀਓ ਨਾ ਮੀਤ। ਕੇਸੋ ਦਾ ਮਤਲਬ ਹੈ ਕੇਸਾ ਧਾਰੀ ਗੋਪਾਲ ਅਕਾਲ ਪੁਰਖ ਵਾਹਿਗੁਰੂ। ਸੁਣ ਯਾਰ ਹਮਾਰੇ ਸੱਜਣ,
एक करो बिनंतिया तिस मोहन लाल प्यारे, हौ फिरो खुजंतिया तिस दस प्यारे, सिर धरी उतारे एक भोरी दर्शन दीजै। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਦਰਸ਼ਨਾਂ ਦੀ ਤਾਂਘ ਉਹਨਾਂ ਗੁਰਮੁਖਾਂ ਨੂੰ ਹਮੇਸ਼ਾ ਬਣੀ ਰਹਿੰਦੀ ਹੈ, ਜਿਹੜੇ ਇਹ ਕਹਿੰਦੇ ਨੇ ਕਿ ਸਾਨੂੰ ਤੇਰੇ ਦੀਦਾਰ ਦੇ ਬਦਲੇ ਜੇਕਰ ਆਪਣਾ ਸਿਰ ਵੀ ਭੇਟਾ ਕਰਨਾ ਪਵੇ ਤੇ ਸਾਨੂੰ ਇਹ ਸੌਦਾ ਮਾੜਾ ਨਹੀਂ, ਸਾਨੂੰ ਇਹ ਸੌਦਾ ਪ੍ਰਵਾਨ ਹੈ। ਤੂੰ ਚੋ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਿਹੰਜੇ ਤਰਸਦੇ ਕਦ ਪੱਸੀ ਦੀਦਾਰ। ਕਿਉਂਕਿ ਉਹਨਾਂ ਦੇ ਅੰਦਰ ਇੱਕ ਬਿਰਹੋ ਦਾ ਵਿਛੋੜਾ ਹੈ, ਤੇ ਬਿਰਹੋ ਦਾ ਜਿਹੜਾ ਵਿਛੋੜਾ ਹੈ, ਕਬੀਰ ਸਾਹਿਬ ਵੀ ਆਪਣੇ ਪਾਵਨ ਸ਼ਲੋਕਾਂ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ ਕਿ ਜਿਹੜਾ ਬਿਰਹੋ ਦਾ ਵਿਛੋੜਾ ਹੈ ਇਹ ਬਹੁਤ ਔਖਾ ਹੈ। 4 ਤਰ੍ਹਾਂ ਦੇ ਦੁੱਖ ਮੰਨੇ ਗਏ ਨੇ, 4 ਦੁੱਖਾਂ ਦੇ ਵਿੱਚੋਂ ਇੱਕ ਦੁੱਖ ਬਿਰਹੋ ਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੂਲੈ ਦਾਰੂ ਲਾਏ। ਤੇ ਜਿਹੜਾ ਇਹ ਬਿਰਹੋ ਦਾ ਅਰਥ ਹੈ ਵਿਛੋੜਾ। ਤੇ ਕਹਿੰਦੇ ਨੇ ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਇਹ ਹਾਲਾਤ ਹੋ ਜਾਂਦੀ ਹੈ ਕਿਉਂਕਿ ਪਿਆਰੇ ਦੇ ਨਾਲ ਸਨੇਹ ਹੀ ਇੰਨਾ ਹੈ ਕਿ ਹੁਣ ਉਸ ਤੋਂ ਬਗੈਰ ਜਿਹੜਾ ਜ਼ਿੰਦਗੀ ਦਾ ਸਫ਼ਰ ਲੰਘਾਉਣਾ ਮੁਸ਼ਕਲ ਹੈ। ਉਹ ਪ੍ਰੇਮ, ਉਹ ਪਿਆਰ ਦੀਆਂ ਤੰਦਾਂ ਜਿਹੜੀਆਂ ਨੇ ਭਾਈ ਸਾਧੂ ਤੇ ਭਾਈ ਰੂਪੇ ਦੇ ਰੂਪ ਵਿੱਚ ਆਪਾਂ ਵੇਖ ਸਕਦੇ ਹਾਂ। ਦੋਨੋਂ ਪਿਤਾ ਪੁੱਤਰ ਜੰਗਲ ਵਿੱਚ ਲੱਕੜਾਂ ਕੱਟ ਰਹੇ ਨੇ। ਜਦੋਂ ਜਲ ਛਕਣ ਲੱਗੇ, ਪਹਿਲੇ ਸਮੇਂ ਦੇ ਵਿੱਚ ਉਹਨੂੰ ਕੂਨਾ ਸ਼ਬਦ ਵਰਤਿਆ ਜਾਂਦਾ ਸੀ। ਕੱਪੜੇ ਦਾ ਇੱਕ ਬੈਗ ਟਾਈਪ ਉਹਦੇ ਵਿੱਚ ਪਾਣੀ ਪਾ ਦਿੱਤਾ ਜਾਂਦਾ। ਜਿਵੇਂ ਜਿਵੇਂ ਹਵਾ ਚੱਲਦੀ, ਭਾਵੇਂ ਹਵਾ ਗਰਮੀ ਚੱਲੇ, ਉਹਦੇ ਅੰਦਰ ਪਾਣੀ ਜਿਹੜਾ ਉਹ ਬੜਾ ਸ਼ੀਤਲ ਹੋ ਜਾਂਦਾ, ਬੜਾ ਠੰਡਾ ਹੋ ਜਾਂਦਾ ਸੀ। ਜਲ ਛਕਣ ਲੱਗੇ, ਮਨ ਵਿੱਚ ਫੁਰਨਾ ਆਇਆ ਕਿ ਇੰਨਾ ਠੰਡਾ, ਇੰਨਾ ਸ਼ੀਤਲ ਜਲ ਹੈ, ਇਹ ਤਾਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲਈ ਹੈ। ਉੱਥੇ ਯਾਦ ਕੀਤਾ, ਪ੍ਰੇਮ ਦੀਆਂ ਤਾਰਾਂ ਖੜਕੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਮਹਿਲਾਂ ਦੇ ਵਿੱਚੋਂ ਬਿਨਾਂ ਕਿਸੇ ਸਿੰਘਾਂ ਨੂੰ ਲਿਆ, ਆਪ ਹੀ ਘੋੜੇ 'ਤੇ ਸਵਾਰ ਹੋ ਕਰਕੇ ਜਿਸ ਪਾਸੇ ਇਹ ਦੋਨੋਂ ਸਿੰਘ ਪਾਤਸ਼ਾਹ ਨੂੰ ਯਾਦ ਕਰਦਿਆਂ ਕਰਦਿਆਂ ਪਾਣੀ ਤੋਂ ਬਗੈਰ ਹਾਲਾਤ ਗਰਮੀਆਂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋ ਗਏ, ਵਿਆਕੁਲਤਾ ਇੱਥੋਂ ਤੱਕ ਹੋ ਗਈ ਕਿ ਪਾਣੀ ਤੋਂ ਬਗੈਰ ਤੜਫਤੇ ਰਹੇ ਨੇ। ਪਰ ਅੰਦਰ ਇੱਕੋ ਹੀ ਕਿ ਜੇਕਰ ਸੱਚੇ ਪਾਤਸ਼ਾਹ ਜੀ ਪਹਿਲਾਂ ਜਲ ਛਕਣਗੇ ਫਿਰ ਅਸੀਂ ਇਹ ਜਲ ਛਕਾਂਗੇ, ਨਹੀਂ ਤੇ ਅਸੀਂ ਇਹ ਜਲ ਨਹੀਂ ਛਕਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਉਹ ਤੇ ਅੰਤਰਜਾਮੀ ਸਭ ਕੁਝ ਜਾਣਨਹਾਰ ਹੈ। ਪਰ ਅੱਜ ਸਮਾਂ ਆ ਗਿਆ, ਗੁਰਸਿੱਖਾਂ ਨੇ ਪ੍ਰੇਮ ਦੀਆਂ ਡੋਰਾਂ ਐਸੀਆਂ ਪਾਈਆਂ ਕਿ ਪਾਤਸ਼ਾਹ ਜੀ ਘੋੜੇ 'ਤੇ ਸਵਾਰ, ਬਾਕੀ ਸਿੱਖ ਸੰਗਤਾਂ ਜਿਹੜੇ ਹੋਰ ਸਿੰਘ ਨੇ, ਮੁਖੀ ਸਿੰਘ ਮਹਾਰਾਜ ਦੇ ਨਾਲ ਹਮੇਸ਼ਾ ਰਹਿਣ ਵਾਲੇ, ਉਹਨਾਂ ਨੇ ਮਗਰੋਂ ਘੋੜੇ ਭਜਾਏ ਤੇ ਪਾਤਸ਼ਾਹ ਕਿੱਧਰ ਨੂੰ ਜਾ ਰਹੇ ਨੇ। ਅੱਜ ਅਚਾਨਕ ਹੀ ਭਾਣਾ ਵਾਪਰਿਆ ਤੇ ਇੱਧਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਦੋਨੋਂ ਹੀ ਪਿਤਾ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਜੀ ਬੇਹੋਸ਼ ਹੋਏ ਪਏ ਨੇ। ਮਹਾਰਾਜ ਨੇ ਆਵਾਜ਼ ਮਾਰੀ ਕਿ ਭਾਈ ਲਿਆਓ, ਸਾਨੂੰ ਜਲ ਛਕਾਓ। ਇੱਕਦਮ ਸੁਰਤ ਆਈ ਕਿ ਸਾਡੇ ਧੰਨ ਭਾਗ ਸੱਚੇ ਪਾਤਸ਼ਾਹ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ। ਮਹਾਰਾਜ ਜੀ ਨੇ ਜਲ ਛਕਿਆ, ਉਹਨਾਂ ਨੂੰ ਜਲ ਛਕਾਇਆ ਤੇ ਬੜੀਆਂ ਕਿਰਪਾ, ਬੜੀਆਂ ਬਖਸ਼ਿਸ਼ਾਂ ਦੋਨਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀਆਂ। ਇਉਂ ਇੱਕ ਪ੍ਰੇਮ ਹੈ, ਤੇ ਜਦੋਂ ਪ੍ਰੇਮ ਸਿਖਰ 'ਤੇ ਹੁੰਦਾ ਹੈ ਤੇ ਫਿਰ ਉਹ ਜਦੋਂ ਵਿਛੋੜਾ ਹੋ ਜਾਂਦਾ ਉਹਨੂੰ ਕਹਿੰਦੇ ਨੇ ਬਿਰਹੋ ਦਾ ਵਿਛੋੜਾ। ਤੇ ਉਹ ਜਿਹੜਾ ਬਿਰਹੋ ਵਿਛੋੜਾ ਹੈ, ਕਬੀਰ ਸਾਹਿਬ ਵੀ ਆਪਣੇ ਸ਼ਲੋਕਾਂ ਵਿੱਚ ਜ਼ਿਕਰ ਕਰਦੇ ਨੇ ਕਿ ਇਹ ਜਿਹੜਾ ਵਿਛੋੜਾ ਹੈ ਉਹ ਸਹਿਆ ਨਹੀਂ ਜਾਂਦਾ। ਪਰ ਜਦੋਂ ਇੱਕ ਉਸ ਪਰਮਾਤਮਾ ਆਪਣੇ ਪਿਆਰੇ ਦੇ ਪ੍ਰੇਮ ਤੋਂ ਬਗੈਰ ਦੁਨੀਆ ਦੇ ਜਿਹੜੇ ਪ੍ਰੇਮ ਨੇ ਉਹ ਝੂਠੇ ਨੇ, ਉਹ ਬਿਨਸਨਹਾਰ ਨੇ, ਉਹ ਖਤਮ ਹੋਣ ਵਾਲੇ ਨੇ।
ਜਾਂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਸੰਸਾਰੇ ਕੇ ਮਿੱਤਰ ਕੁਟੰਬ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ, ਜਿਸ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਿਨ੍ਹਾਂ ਨੂੰ ਅਸੀਂ ਪ੍ਰੇਮ ਕਹਿੰਦੇ ਹਾਂ ਨਾ, ਸਾਡੇ ਸੰਸਾਰ ਦੇ ਸੰਬੰਧ ਨੇ, ਉਹ ਸਾਡੇ ਮਾਤਾ ਪਿਤਾ, ਸਾਡੇ ਭੈਣ ਹੈ, ਭਾਈ ਹੈ, ਸਾਡੇ ਮਿੱਤਰ ਨੇ। ਤੇ ਮਹਾਰਾਜ ਜੀ ਇੱਥੋਂ ਤੱਕ ਬਚਨ ਕਹਿੰਦੇ ਨੇ, ਭਾਈ ਉਹ ਤੇ ਆਪਣੇ ਕੰਮ ਕਰਕੇ ਤੁਹਾਡੇ ਨਾਲ ਜੁੜੇ ਹੋਏ ਨੇ। ਜੇਕਰ ਉਹਨਾਂ ਦਾ ਤੁਸੀਂ ਕੰਮ ਨਹੀਂ ਕਰੋਗੇ, ਉਹਨਾਂ ਦੇ ਕੰਮ ਨਹੀਂ ਆਓਗੇ, ਤੇ ਕੋਈ ਵੀ ਤੁਹਾਡੇ ਨੇੜੇ ਨਹੀਂ ਆਵੇਗਾ। ਅਸਲ ਮਿੱਤਰ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜੋ ਇਹਾਂ ਉਹਾਂ ਸੁਹੇਲੇ, ਇੱਥੇ ਵੀ ਤੇ ਅੱਗੇ ਵੀ ਉਹਨੇ ਸਹਾਇਤਾ ਕਰਨੀ ਹੈ। ਕਬੀਰ ਸਾਹਿਬ ਇਸ ਪਹਿਲੇ ਸ਼ਲੋਕ ਵਿੱਚ ਇਹੋ ਹੀ ਕਿਰਪਾ ਕਰ ਰਹੇ ਨੇ ਕਿ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਸਿੱਖੀ ਸੇਵਕੀ ਵੀ ਬੜੀ ਪਾਲੀ, ਆਪਣੇ ਆਪ ਨੂੰ ਗੁਰੂ ਕਹਾਇਆ, ਬੜੇ ਸਿੱਖ ਬਣਾਏ, ਬੜੀ ਆਪਣੀ ਪੂਜਾ ਪ੍ਰਤਿਸ਼ਠਾ ਵੀ ਕਰਾਈ, ਬੜੇ ਮਿੱਤਰ ਬੇਲੀ ਵੀ ਬਣਾਏ। ਪਰ ਜਿਸ ਇੱਕ ਦੇ ਨਾਲ ਮਿੱਤਰਤਾ ਕਰਨੀ ਸੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਉਹ ਨਾ ਕਰ ਸਕਿਆ, ਉੱਥੋਂ ਵਾਂਝਾ ਰਹਿ ਗਿਆ। ਇਸੇ ਤਰ੍ਹਾਂ ਅੱਗੇ ਦੱਸਦੇ ਹਨ, ਚਾਲੇ ਥੇ ਹਰ ਮਿਲਨ ਕੋ, ਬੀਚੈ ਅਟਕਿਓ ਚੀਤ। ਕਹਿਣ ਲੱਗੇ ਚੱਲਿਆ ਤੇ ਸੀ ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ ਦੇ ਰਾਹ ਤੇ ਚੱਲਿਆ ਵੀ, ਪਰ ਰਸਤੇ ਦੇ ਵਿੱਚ ਹੀ ਚਿੱਤ ਜਿਹੜਾ ਅਟਕ ਕਰਕੇ ਰਹਿ ਗਿਆ। ਸਿੱਖ ਸਾਖਾ ਬਹੁਤੇ ਕੀਏ। ਇਹ ਜਦੋਂ ਇਸ ਅਵਸਥਾ 'ਤੇ ਕੋਈ ਮਨੁੱਖ ਚੱਲਦਾ ਹੈ, ਤੇ ਸਭ ਤੋਂ ਪਹਿਲੀ ਜਿਹੜੀ ਪੌੜੀ ਹੈ ਰਿੱਧੀਆਂ ਸਿੱਧੀਆਂ ਦੀ। ਮਹਾਰਾਜ ਨੇ ਇੱਥੋਂ ਤੱਕ ਬਚਨ ਕਹੇ, ਰਿੱਧ ਸਿੱਧ ਤਾ ਕੀ ਦਾਸੀ। ਇਹ ਤੇ ਆਪ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ ਨੇ, ਪਰ ਇਹ ਪਰਮਾਤਮਾ ਦੀ ਮਾਇਆ ਵੀ ਹੈ, ਕਿਉਂਕਿ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਤੇ ਇਹ ਜਦੋਂ ਪਰਮਾਤਮਾ ਦੀ ਮਾਇਆ ਵਰਤਦੀ ਹੈ, ਤੇ ਇਸ ਪਹਿਲੀ ਸਟੇਜ 'ਤੇ ਆ ਕੇ ਬਹੁਤੇ ਜਿਹੜੇ ਜੋਗੀ ਸਿੱਧ ਪੀਰ ਨੇ, ਉਹ ਡੋਲ ਜਾਂਦੇ ਨੇ। ਉਹ ਦੁਨੀਆ ਨੂੰ ਆਪਣੇ ਪਿੱਛੇ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਸਿੱਧ ਕਰਾਮਾਤ ਦਿਖਾ ਕਰਕੇ ਲੋਕਾਂ ਨੂੰ ਡਰਾਉਂਦੇ ਸਨ, ਤੇ ਮਹਾਰਾਜ ਜੀ ਨੇ ਉਹਨਾਂ ਦੀਆਂ ਕਰਾਮਾਤਾਂ ਖੋਹੀਆਂ। ਹਾਲਾਂਕਿ ਕਰਾਮਾਤ ਕੁਦਰਤ ਤੌਰ 'ਤੇ ਸੰਸਾਰ ਵਿੱਚ ਜਰੇ ਜਰੇ ਦੇ ਵਿੱਚ ਹੋ ਰਹੀ ਹੈ, ਬਨਸਪਤੀ ਦੇ ਵਿੱਚ ਹੋ ਰਹੀ ਹੈ। ਸਿੱਖ ਇਤਿਹਾਸ ਵਿੱਚ ਵੇਖੀਏ, ਗੁਰ ਇਤਿਹਾਸ ਵਿੱਚ ਵੇਖੀਏ, ਨਿੱਤ ਕਰਾਮਾਤਾਂ ਹੋ ਰਹੀਆਂ ਨੇ। ਪਰ ਉਹ ਕਰਾਮਾਤ ਜਿਸ ਵਿੱਚ ਕਿਸੇ ਦਾ ਭਲਾ ਹੈ, ਜਿਸ ਵਿੱਚ ਕਿਸੇ ਦਾ ਕੋਈ ਚੰਗਾ ਹੋਣਾ ਹੈ, ਉਹ ਚੰਗੀ ਹੈ। ਪਰ ਜਿਸ ਵਿੱਚ ਕਿਸੇ ਨੂੰ ਡਰਾ ਕਰਕੇ, ਕਿਸੇ ਦੇ ਉੱਪਰ ਪ੍ਰਭਾਵ ਪਾ ਕਰਕੇ ਆਪਣੀ ਮਾਨ ਵਡਿਆਈ ਕਰਾਉਣੀ, ਜਿਵੇਂ 84 ਸਿੱਧਾਂ ਨੇ ਕੀਤਾ, ਮਛਿੰਦਰ ਨਾਥ, ਭੰਗਰ ਨਾਥ ਹੋਣਾ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵਰਜਿਆ ਸੀ। ਜਦੋਂ ਅਚਲ ਬਟਾਲੇ ਮਹਾਰਾਜ ਜੀ ਗਏ ਤੇ ਉਹ ਲੋਕਾਂ ਨੂੰ ਡਰਾ ਰਹੇ ਸਨ, ਲੱਗੇ ਹੋਏ ਮੇਲੇ ਦੇ ਵਿੱਚ। ਕੋਈ ਸਿੱਧ ਹਵਾ ਵਿੱਚ ਉੱਡ ਰਿਹਾ ਹੈ, ਕੋਈ ਪਾਣੀ 'ਤੇ ਤੈਰ ਰਿਹਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ ਸੀ। ਇਹ ਪਹਿਲਾ ਜਿਹੜਾ ਪੜਾਅ ਹੈ ਰਿੱਧੀਆਂ ਤੇ ਸਿੱਧੀਆਂ ਦਾ। ਕਬੀਰ ਸਾਹਿਬ ਕਹਿੰਦੇ, ਚਾਲੇ ਥੇ ਹਰ ਮਿਲਨ ਕੋ, ਚੱਲੇ ਸੀ ਇਸ ਰਾਹ 'ਤੇ ਕਿ ਉਸ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਜਾਵੇ। ਬੀਚੇ ਅਟਕਿਓ ਚੀਤ, ਜਿਹੜਾ ਚਿੱਤ ਹੈ ਵਿੱਚ ਹੀ ਡੋਲ ਗਿਆ, ਕਿਉਂਕਿ ਰਿੱਧੀਆਂ ਸਿੱਧੀਆਂ ਆਈਆਂ, ਉਹਦੇ ਨਾਲ ਇਹਨੂੰ ਇੰਝ ਮਹਿਸੂਸ ਹੋਣ ਲੱਗਾ। ਕਈ ਵਾਰ ਦੇਖੋ, ਇਹ ਜ਼ਿੰਦਗੀ ਦੇ ਸਟੇਜਾਂ ਨੇ, ਕਈ ਵਾਰ ਬਦਲਦੀਆਂ ਨੇ। ਕਈ ਵਾਰ ਸਾਡੇ ਅੰਦਰ ਪੋਜ਼ਿਟਿਵ ਵਿਚਾਰ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਜਿਹਨੂੰ ਆਪਾਂ ਸਤੋ ਗੁਣ ਕਹਿ ਦਿੰਦੇ ਹਾਂ। ਸਾਡਾ ਮਨ ਕਰਦਾ ਅਸੀਂ ਸਾਰਾ ਦਿਨ ਬਾਣੀ ਪੜ੍ਹੀਏ, ਸਾਡਾ ਮਨ ਕਰਦਾ ਅਸੀਂ ਗੁਰੂ ਸਾਹਿਬ ਨੂੰ, ਚੌਰ ਸਾਹਿਬ ਦੀ ਸੇਵਾ ਕਰੀ ਚੱਲੀਏ। ਪਰ ਜਦੋਂ ਸਾਡੇ ਅੰਦਰ ਸਤੋ ਗੁਣਾਂ ਦੀ ਘਾਟ ਹੋ ਜਾਂਦੀ ਹੈ, ਸਾਡੇ ਅੰਦਰ ਤਮੋ ਗੁਣ ਵੱਧ ਜਾਂਦੇ ਨੇ, ਸਾਡੇ ਅੰਦਰ ਰਜੋ ਗੁਣ ਵੱਧ ਜਾਂਦੇ ਨੇ, ਫਿਰ ਸਾਡਾ ਬਾਣੀ ਪੜ੍ਹਨ ਨੂੰ ਜੀਅ ਵੀ ਨਹੀਂ ਕਰਦਾ। ਇੱਕ ਅਵਸਥਾ ਹੁੰਦੀ ਹੈ ਜਦੋਂ ਮਨੁੱਖ ਉਸ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ, ਸੇਵਾ ਸਿਮਰਨ ਨਾਲ ਜੁੜਿਆ ਹੁੰਦਾ ਹੈ, ਸਹਿਜ ਸੁਭਾਵਕ ਉਹਦੀ ਰਸਨਾ ਤੋਂ ਨਿਕਲੇ ਹੋਏ ਬੋਲ ਜਿਹੜੇ ਨੇ ਉਹ ਪੂਰੇ ਹੁੰਦੇ ਨੇ। ਸੁਭਾਵਕ ਉਹਨੇ ਕੋਈ ਬੋਲ ਕਹੇ ਤੇ ਉਹ ਬੋਲ ਪੂਰੇ ਹੋ ਗਏ। ਹੁਣ ਜਦੋਂ ਉਹਦੇ ਕੰਨੀ ਆ ਕੇ ਆਵਾਜ਼ ਪਈ ਕਿ ਤੁਸੀਂ ਆਹ ਗੱਲ ਕਹੀ ਸੀ ਤੇ ਪੂਰੀ ਹੋਈ, ਦੁਬਾਰਾ ਫਿਰ ਕਿਤੇ ਸੁਭਾਵਕ ਬੋਲ ਪੂਰੇ ਹੋਏ, ਫਿਰ ਕੰਨੀ ਪਈ, ਤੇ ਕਿਤੇ ਨਾ ਕਿਤੇ ਮਾਇਆ ਨੇ ਅਸਰ ਕੀਤਾ। ਉਹਨੂੰ ਇੰਝ ਮਹਿਸੂਸ ਹੋਣ ਲੱਗਦਾ ਹੈ ਕਿ ਮੇਰੇ ਕਹੇ ਹੋਏ ਬੋਲ ਪੂਰੇ ਹੋ ਰਹੇ ਨੇ।
ਪਰ ਉਹ ਬਾਣੀ ਦੀ ਤਾਕਤ ਹੈ, ਉਹ ਸੇਵਾ ਦੀ ਬਰਕਤ ਹੈ ਕਿ ਰਿੱਧੀਆਂ ਸਿੱਧੀਆਂ ਉਹਨਾਂ ਗੁਰਸਿੱਖਾਂ ਦੀਆਂ ਰਸਨਾਂ 'ਤੇ ਵਸ ਜਾਂਦੀਆਂ ਨੇ। ਅਤੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਉਹ ਫਿਰ ਗੁਰੂ ਅੱਗੇ ਅਰਦਾਸ ਕਰਦੇ ਨੇ, ਸਤਿਗੁਰੂ ਜੀਓ ਜੇ ਤੁਸੀਂ ਇਹ ਮਿਹਰਾਮਤ ਕੀਤੀ, ਇਹ ਬਖਸ਼ਿਸ਼ ਕੀਤੀ, ਮੈਨੂੰ ਇੰਨਾ ਯੋਗ ਸਮਝਿਆ, ਕਿਰਪਾ ਕਰਿਓ ਮੈਨੂੰ ਹਉਮੈ ਹੰਕਾਰ ਤੋਂ ਬਚਾ ਕੇ ਰੱਖਿਓ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ। ਕਿਉਂਕਿ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਛਿਪਿਆ ਨਹੀਂ ਰਹਿ ਸਕਦਾ, ਬੰਦਗੀ ਕਰਨ ਵਾਲਾ ਪ੍ਰਗਟ ਹੋ ਜਾਂਦਾ ਹੈ। ਪਰ ਭਗਤ ਜਿਹੜਾ ਸੱਚਮੁੱਚ ਭਗਤ ਹੈ ਉਹ ਆਪਣੇ ਆਪ ਨੂੰ ਸੰਸਾਰ ਦੇ ਵਿੱਚੋਂ ਲੁਕੋ ਕੇ ਰੱਖਦੇ ਨੇ, ਕਿਉਂਕਿ ਉਹ ਖੁਸ਼ੀ ਉਸ ਪਰਮਾਤਮਾ ਦੀ ਚਾਹੁੰਦੇ ਨੇ, ਨਾ ਕਿ ਦੁਨੀਆ ਦੀ। ਕਬੀਰ ਸਾਹਿਬ ਵੀ ਇਸ ਪਾਵਨ ਸ਼ਲੋਕ ਵਿੱਚ ਇਹੋ ਹੀ ਸਮਝਾ ਰਹੇ ਨੇ ਕਿ ਚੱਲਿਆ ਤੇ ਸੀ ਉਸ ਮਾਰਗ 'ਤੇ, ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਨੂੰ ਪਾਉਣਾ, ਪਰ ਰਿੱਧੀਆਂ ਸਿੱਧੀਆਂ ਜਦੋਂ ਆ ਗਈਆਂ ਉਦੋਂ ਆਪਣੀ ਮਾਣ ਵਡਿਆਈ ਦੇ ਵਿੱਚ ਪੈ ਗਿਆ, ਉਸ ਪਰਮਾਤਮਾ ਨੂੰ ਭੁੱਲ ਗਿਆ, ਆਪਣੇ ਆਪ ਨੂੰ ਗੁਰੂ ਸਮਝ ਬੈਠਾ ਤੇ ਚਿੱਤ ਜਿਹੜਾ ਹੈ ਸੰਸਾਰ ਦੇ ਵਿੱਚ ਹੀ ਡੋਲ ਗਿਆ, ਪਰਮਾਤਮਾ ਤੋਂ ਪਾਸੇ ਹੋ ਗਿਆ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨ ਕਰੈ ਸਹਾਏ। ਦੋ ਚੀਜ਼ਾਂ ਹੈ, ਇੱਕ ਤੇ ਸਾਡਾ ਸਰੀਰ ਹੈ, ਇਹਨੂੰ ਕਾਰਨ ਦੇ ਕਿਹਾ ਗਿਆ ਹੈ। ਕਹਿਣ ਲੱਗੇ ਸਰੀਰ ਕੀ ਕਰੇ ਜੇ ਉਹ ਪ੍ਰਮਾਤਮਾ ਹੀ ਸਹਾਇਤਾ ਨਾ ਕਰੇ, ਕਿਉਂਕਿ ਸਭ ਕੁਝ ਵਾਹਿਗੁਰੂ ਦੀ ਖੇਡ ਹੈ। ਚੰਗੇ ਵੀ ਵਾਹਿਗੁਰੂ ਨੇ ਬਣਾਏ ਤੇ ਮਾੜੇ ਵੀ ਵਾਹਿਗੁਰੂ ਨੇ ਬਣਾਏ ਹੈ। ਇਹ ਸੰਸਾਰ ਚੱਲਦਾ ਹੀ ਇਸੇ ਕਰਕੇ, ਇੱਕ ਦਿਨ ਹੈ ਤੇ ਰਾਤ ਹੈ। ਜੇ ਰਾਤ ਨਾ ਹੋਵੇ ਤੇ ਦਿਨ ਦੀ ਕੋਈ ਅਹਿਮੀਅਤ ਨਹੀਂ। ਜੇ ਮਨਮੁਖ ਨਾ ਹੋਣ ਤੇ ਗੁਰਮੁਖਾਂ ਦੀ ਕਿਵੇਂ ਪਛਾਣ ਹੋਵੇ ਕਿ ਫਲਾਨਾ ਗੁਰਮੁਖ ਹੈ। ਜੇ ਝੂਠ ਨਾ ਹੋਵੇ ਤੇ ਸੱਚ ਦੀ ਪਛਾਣ ਕੀ ਹੈ, ਕੋਈ ਪਛਾਣ ਨਹੀਂ। ਇਹ ਵਾਹਿਗੁਰੂ ਦੀ ਬਣਤਰ ਹੈ, ਵਾਹਿਗੁਰੂ ਦੀ ਖੇਡ ਹੈ। ਕਹਿਣ ਲੱਗੇ ਇਹ ਦੇਖੋ ਕਿ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਣਾਈ ਹੋਈ ਬਣਤਰ ਹੈ, ਜਿੰਨਾ ਕੁਝ ਵੀ ਸੰਸਾਰ 'ਤੇ ਆਪਾਂ ਦੇਖਦੇ ਹਾਂ। ਦੁਆਰਾ ਪੜ੍ਹਿਓ ਜੀ ਸ਼ਲੋਕ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨ ਕਰੈ ਸਹਾਏ। ਭਾਈ ਗੁਰਦਾਸ ਜੀ ਹੁਣਾਂ ਨੇ ਇੱਕ ਪੰਕਤੀ ਉਚਾਰੀ, ਕਹਿਣ ਲੱਗੇ ਜੇ ਗੁਰੂ ਭਾਣਾ ਵਰਤਾਵੇ ਤੇ ਸਿੱਖ ਡੋਲੇ ਨਾ। ਪਾਤਸ਼ਾਹ ਨੇ ਕਿਹਾ ਭਾਈ ਗੁਰਦਾਸ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ? ਤੇ ਭਾਈ ਗੁਰਦਾਸ ਚੰਗੇ ਗੁਰਸਿੱਖ ਹੋਏ ਨੇ, ਨਾਮ ਅਭਿਆਸੀ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਹਿਲਾ ਸਰੂਪ ਆਦਿ ਸਰੂਪ ਲਿਖਣ ਦੇ ਵਿੱਚ ਵੱਡੀ ਸੇਵਾ ਭਾਈ ਗੁਰਦਾਸ ਜੀ ਹੁਣਾਂ ਦੀ। ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹੋ ਸਕਦਾ, ਗੁਰੂ ਦਾ ਸਿੱਖ ਹੋਵੇ ਤੇ ਪੂਰਾ ਹੋਵੇ ਤੇ ਗੁਰੂ ਭਾਣਾ ਵਰਤਾਵੇ ਤੇ ਸਿੱਖ ਡੋਲੇ ਨਾ। ਤੇ ਮਹਾਰਾਜ ਜੀ ਨੇ ਫਿਰ ਭਾਈ ਗੁਰਦਾਸ ਦੀ ਪਰਖ ਲਈ। ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਕਾਬਲ ਭੇਜਿਆ ਘੋੜੇ ਲੈਣ ਵਾਸਤੇ। ਜਦੋਂ ਘੋੜੇ ਲੈਣ ਗਏ ਤੇ ਮਹਾਰਾਜ ਨੇ ਮੋਹਰਾਂ ਦੀਆਂ ਥੈਲੀਆਂ ਭਰ ਕੇ ਨਾਲ ਦੇਤੀਆਂ। ਸੌਦਾ ਹੋ ਗਿਆ, ਘੋੜੇ ਖਰੀਦੇ ਗਏ। ਜਦੋਂ ਮੋਹਰਾਂ ਦੇਣ ਵਾਸਤੇ ਤੰਬੂ ਦੇ ਵਿੱਚ ਵੜੇ ਤੇ ਮੋਹਰਾਂ ਤੋਂ ਠੀਕਰਾਂ ਬਣ ਗਈਆਂ। ਹੁਣ ਬਗਾਨਾ ਮੁਲਕ ਹੈ, ਅਫਗਾਨੀਆਂ ਦਾ ਇਲਾਕਾ। ਮਨ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਮੇਰੀ ਤੇ ਹੁਣ ਕੀਤੀ ਹੋਈ ਜ਼ਬਾਨ ਜਿਹੜੀ ਹੈ ਉਹ ਝੂਠੀ ਪੈ ਗਈ। ਮੈਂ ਤੇ ਸੌਦਾ ਕਰ ਆਇਆ, ਹੁਣ ਮੋਹਰਾਂ ਕਿੱਥੋਂ ਦੇਵਾਂ? ਤੰਬੂ ਨੂੰ ਪਾੜਿਆ, ਪਿਛਲੇ ਪਾਸਿਓਂ ਭੱਜ ਆਏ। ਕਈ ਸਾਲ ਮਹਾਰਾਜ ਦੇ ਮੱਥੇ ਨਾ ਲੱਗੇ। ਜਦੋਂ ਸੱਚੇ ਪਾਤਸ਼ਾਹ ਨੇ ਹੁਕਮ ਲਿਖ ਕੇ ਭੇਜਿਆ ਵਾਰਾਣਸੀ ਦੇ ਵਿੱਚ, ਜਿੱਥੇ ਭਾਈ ਗੁਰਦਾਸ ਜੀ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ। ਇਹ ਨਹੀਂ ਕਿ ਬਾਅਦ ਵਿੱਚ ਮਨਮੁਖ ਹੋ ਗਏ, ਮਹਾਰਾਜ ਦੇ ਜਾ ਕੇ ਸਨਮੁਖ ਨਹੀਂ ਹੋਏ, ਪਰ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਕਬਿੱਤ ਸਵਈਏ ਭਾਈ ਸਾਹਿਬ ਦੀਆਂ ਦੋ ਪ੍ਰਮੁੱਖ ਰਚਨਾਵਾਂ ਨੇ, ਇੱਕ ਤੇ ਵਾਰਾਂ ਹੈ। 40 ਵਾਰਾਂ ਭਾਈ ਗੁਰਦਾਸ ਜੀ ਦੀਆਂ, 41ਵੀਂ ਵਾਰ ਭਾਈ ਗੁਰਦਾਸ ਸਿੰਘ ਦੀ ਹੈ ਜੋ ਆਪਾਂ ਵਾਰਾਂ ਪੜ੍ਹਦੇ ਹਾਂ। ਤੇ ਮਹਾਰਾਜ ਨੇ ਗੁਰਬਾਣੀ ਦੀ ਕੁੰਜੀ ਵੀ ਕਿਹਾ ਭਾਈ ਸਾਹਿਬ ਦੀਆਂ ਵਾਰਾਂ ਨੂੰ। ਉਹ ਗੱਲ ਵੱਖਰੀ ਹੈ ਕਿ ਅਸੀਂ ਸਮਝਦੇ ਹੀ ਨਹੀਂ ਕੁੰਜੀ ਦਾ ਮਤਲਬ ਕੀ ਹੈ। ਅਸੀਂ ਕੁੰਜੀ ਕਹਿੰਦੇ ਪਰ ਕੁੰਜੀ ਦਾ ਮਤਲਬ ਨਹੀਂ ਸਮਝਿਆ ਅਸੀਂ। ਸਾਡੇ ਘਰਾਂ ਨੂੰ ਲੋਕ ਲੱਗੇ ਹੁੰਦੇ ਨੇ, ਜਿੰਦੇ ਲੱਗੇ ਹੁੰਦੇ ਨੇ, ਤੇ ਉਹਨੂੰ ਖੋਲ੍ਹਣ ਵਾਸਤੇ ਕੁੰਜੀ ਦਾ ਸਹਾਰਾ ਲੈਨੇ ਨਾ ਆਪਾਂ। ਮਹਾਰਾਜ ਦਾ ਕਹਿਣ ਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜਿੰਦਾ ਹੈ, ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਉਹ ਕੁੰਜੀ ਹੈ। ਜੇ ਤੁਸੀਂ ਜਿੰਦਾ ਖੋਲ੍ਹਣਾ ਹੈ ਤੇ ਤੁਹਾਨੂੰ ਕੁੰਜੀ ਦੀ ਲੋੜ ਪਵੇਗੀ, ਭਾਵ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੁਹਾਨੂੰ ਪੜ੍ਹਨੀਆਂ ਪੈਣਗੀਆਂ। ਅੱਜ ਅਸੀਂ ਗੁਰਬਾਣੀ ਦੀ ਸੰਥਿਆ ਵੀ ਕਰ ਲੈਂਦੇ, ਅਸੀਂ ਪਾਠੀ ਵੀ ਬਣ ਜਾਂਦੇ, ਅਸੀਂ ਗਿਆਨੀ ਵੀ ਬਣ ਜਾਂਦੇ, ਚੰਗੇ ਰਾਗੀ ਵੀ, ਚੰਗੇ ਪ੍ਰਚਾਰਕ ਵੀ ਬਣ ਜਾਂਦੇ ਹਾਂ, ਪਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸੰਥਿਆ ਨਹੀਂ ਕਰਦੇ। ਅਸੀਂ ਤੇ ਮਹਾਰਾਜ ਦੇ ਬਚਨਾਂ ਨੂੰ ਚੈਲੰਜ ਕਰ ਰਹੇ ਹਾਂ ਨਾ। ਫਿਰ ਮਹਾਰਾਜ ਨੇ ਤਾਂ ਕੁੰਜੀ ਕਿਹਾ। ਕੁੰਜੀ ਤੋਂ ਮਤਲਬ ਕਿ ਜੇ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹੋਗੇ
ਤੇ ਤੁਹਾਨੂੰ ਗੁਰਬਾਣੀ ਦੀ ਜਿਹੜੀ ਸਿੱਖਿਆ ਹੈ, ਗੁਰਬਾਣੀ ਦਾ ਜੋ ਸੰਦੇਸ਼ ਹੈ, ਬਹੁਤ ਸੌਖਾ ਸਮਝ ਆਵੇਗਾ। ਉਹ ਕਿਉਂ? ਗੁਰਬਾਣੀ ਹਰਮੈਨੂਟਿਕਸ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਭਾਈ ਗੁਰਦਾਸ ਗੁਰਸਿੱਖੀ ਦੇ ਪਹਿਲੇ ਵਿਆਖਿਆਕਾਰ ਹੋਏ ਨੇ ਗੁਰਬਾਣੀ ਦੇ। ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਉਹ ਕਿਵੇਂ ਕੀਤੀ ਹੈ? ਉਹਨਾਂ ਦੀ ਬਾਣੀ ਪੜ੍ਹ ਕੇ ਦੇਖਿਓ। ਕਿਤੇ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪਾਦ ਸਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਦੀ ਉਹ ਵਿਆਖਿਆ ਕਰਦੇ ਨੇ ਆਪਣੀਆਂ ਵਾਰਾਂ ਦੇ ਵਿੱਚ। ਊੜਾ ਓੰਕਾਰ ਪਾਸ ਬਹਾਲਿਆ ਆਦਿ, ਇਸ ਤਰ੍ਹਾਂ ਸਾਰਾ। ਹੋਰ ਵੀ ਬੜੇ ਸ਼ਲੋਕਾਂ ਦੀ, ਜਿਸ ਤਰ੍ਹਾਂ ਮਹਾਰਾਜ ਨੇ ਬਚਨ ਵਰਤੇ, ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਧਰੂ ਤੇ ਪ੍ਰਹਿਲਾਦ ਦਾ ਕੇਵਲ ਸੰਕੇਤ ਹੈ ਗੁਰਬਾਣੀ ਦੇ ਵਿੱਚ, ਤੇ ਭਾਈ ਗੁਰਦਾਸ ਜੀ ਨੇ ਧਰੂ ਕੌਣ ਸੀ ਉਹਦਾ ਡਿਟੇਲ ਦਿੱਤੀ ਹੈ। ਪ੍ਰਹਿਲਾਦ ਕੌਣ ਹੈ, ਉਹਨੇ ਕਿਵੇਂ ਤਪ ਕੀਤਾ, ਕਿਵੇਂ ਬੰਦਗੀ ਕੀਤੀ, ਉਹ ਸਾਰੀ ਡਿਟੇਲ ਮਿਲਦੀ ਹੈ। ਸੋ ਭਾਈ ਗੁਰਦਾਸ ਕਾਬਲ ਤੋਂ ਭੱਜ ਕੇ ਉੱਤਰ ਭਾਰਤ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨ ਲੱਗੇ। ਮਹਾਰਾਜ ਨੇ ਹੁਕਮ ਲਿਖ ਕੇ ਭੇਜਿਆ। ਰਾਜਾ ਜੋ ਭਾਈ ਗੁਰਦਾਸ ਦਾ ਸਿੱਖ ਬਣ ਚੁੱਕਿਆ ਸੀ, ਬੜਾ ਮੁਰੀਦ ਹੋ ਚੁੱਕਿਆ ਸੀ, ਕਥਾ ਵਿਚਾਰ ਸੁਣਿਆ ਕਰਦਾ ਸੀ, ਹੁਕਮ ਆਇਆ ਕਿ ਹੇ ਰਾਜਨ, ਤੇਰੇ ਕੋਲ ਸਾਡਾ ਇੱਕ ਚੋਰ ਆਇਆ ਹੈ। ਇਸ ਚੋਰ ਦਾ ਮੂੰਹ ਕਾਲਾ ਕਰਕੇ ਇਹਦੇ ਗਾਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਰਾਜਾ ਸ਼ਰਧਾਲੂ ਬਣ ਚੁੱਕਿਆ ਹੈ ਭਾਈ ਗੁਰਦਾਸ ਜੀ ਦਾ। ਹੁਣ ਇਹ ਬਚਨ ਉਹ ਕਰ ਨਹੀਂ ਸਕਦਾ। ਉਹਨਾਂ ਨੇ ਆ ਕਰਕੇ ਭਾਈ ਗੁਰਦਾਸ ਜੀ ਨੂੰ ਦੱਸਿਆ ਕਿ 6ਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਆਇਆ। ਭਾਈ ਗੁਰਦਾਸ ਨੇ ਉਸ ਚਿੱਠੀ ਨੂੰ, ਉਸ ਪੱਤਰਕਾ ਨੂੰ ਆਪਣੇ ਮੱਥੇ ਦੇ ਨਾਲ ਲਾਇਆ ਤੇ ਆਪਣੇ ਧੰਨ ਭਾਗ ਸਮਝੇ। ਉਹ ਵੇਲਾ ਯਾਦ ਕੀਤਾ ਕਿ ਜਦੋਂ ਮੈਂ ਮਹਾਰਾਜ ਜੀ ਨੂੰ ਆਹ ਗੱਲ ਕਹੀ ਸੀ ਕਿ ਗੁਰਸਿੱਖ ਪੂਰਾ ਹੋਵੇ, ਗੁਰੂ ਪਰਖ ਲਵੇ ਤੇ ਸਿੱਖ ਡੋਲੇ ਨਾ, ਮੈਂ ਡੋਲ ਗਿਆ ਸਾਂ, ਪਰ ਅੱਜ ਮੇਰੇ ਗੁਰੂ ਨੇ ਮੈਨੂੰ ਯਾਦ ਕੀਤਾ, ਮੇਰੇ ਬਖਸ਼ਾਉਣ ਦੇ, ਮੇਰੇ ਗੁਨਾਹ ਬਖਸ਼ਾਉਣ ਦਾ ਸਮਾਂ ਆ ਗਿਆ। ਰਾਜੇ ਨੂੰ ਕਹਿਣ ਲੱਗਾ, ਤੂੰ ਇੱਥੋਂ ਹੀ ਜਿਵੇਂ ਮਹਾਰਾਜ ਨੇ ਹੁਕਮ ਕੀਤਾ ਉਸੇ ਤਰ੍ਹਾਂ ਮੇਰੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ, ਮੇਰਾ ਮੂੰਹ ਕਾਲਾ ਕਰ, ਮੈਨੂੰ ਗਧੇ ਤੇ ਸਵਾਰ ਕਰ, ਮੈਨੂੰ ਲੈ ਕੇ ਜਾ। ਪਰ ਉੱਥੋਂ ਦੀ ਸੰਗਤ ਤੇ ਰਾਜਾ ਕਹਿਣ ਲੱਗੇ, ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ। ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਕੇ ਭਾਈ ਗੁਰਦਾਸ ਨੇ ਬੇਨਤੀ ਕੀਤੀ, ਠੀਕ ਹੈ, ਤੇਰਾ ਇਲਾਕਾ ਸਾਰਾ ਨਿਕਲ ਚੁੱਕਿਆ, ਤੇਰੇ ਬਚਨ ਵੀ ਸੱਚ, ਪਰ ਮੇਰੇ ਗੁਰੂ ਦਾ ਜੋ ਹੁਕਮ ਹੈ ਉਹ ਹੁਣ ਪੂਰਾ ਕਰ ਦੇ। ਫਿਰ ਮਹਾਰਾਜ ਦੇ ਚਰਨਾਂ ਵਿੱਚ ਭਾਈ ਗੁਰਦਾਸ ਜੀ ਪੇਸ਼ ਹੋਏ ਤੇ ਮਹਾਰਾਜ ਜੀ ਕਹਿਣ ਲੱਗੇ, ਹਾਂਜੀ ਭਾਈ ਗੁਰਦਾਸ। ਤੇ ਉਦੋਂ ਫਿਰ ਭਾਈ ਗੁਰਦਾਸ ਜੀ ਕਹਿਣ ਲੱਗੇ, ਜੇ ਗੁਰ ਸਾਂਗ ਵਰਤਦਾ ਕਿਆ ਸਿੱਖ ਵਿਚਾਰਾ। ਪਹਿਲਾ ਬਚਨ ਸੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਉਸ ਤੇ ਮਹਾਰਾਜ ਨੇ ਆਪੱਤੀ ਵਰਤੀ ਸੀ, ਕਹਿਣ ਲੱਗੇ, ਭਾਈ ਗੁਰਦਾਸ ਸਾਨੂੰ ਇਸ ਪੰਕਤੀ ਤੇ ਸ਼ੰਕਾ ਹੈ। ਤੇ ਉਦੋਂ ਭਾਈ ਗੁਰਦਾਸ ਜੀ ਕਹਿਣ ਲੱਗੇ, ਸਿੱਖ ਪੂਰਾ ਹੋਵੇ ਤੇ ਕਿਵੇਂ ਡੋਲ ਸਕਦਾ ਹੈ। ਤੇ ਜਦੋਂ ਮਹਾਰਾਜ ਨੇ ਭਾਣਾ ਵਰਤਾਇਆ ਤੇ ਫਿਰ ਇਹ ਪੰਕਤੀ ਬਦਲੀ, ਜੇ ਗੁਰ ਸਾਂਗ ਵਰਤਦਾ ਕਿਆ ਸਿੱਖ ਵਿਚਾਰਾ। ਸਿੱਖ ਵਿਚਾਰਾ ਕੀ ਕਰ ਸਕਦਾ ਹੈ। ਇਸੇ ਤਰ੍ਹਾਂ ਭਾਈ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਨੇ, ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਜੇ ਉਸ ਵਾਹਿਗੁਰੂ ਦੀ ਮਿਹਰ ਨਾ ਹੋਵੇ ਤੇ ਫਿਰ ਇਹ ਸਰੀਰ ਜੋ 5 ਤੱਤਾਂ ਦਾ ਬਣਿਆ ਹੋਇਆ ਇੱਕ ਪੁਤਲਾ ਹੈ, ਹੱਡ ਮਾਸ ਨਾੜੀਆਂ ਦਾ ਪਿੰਜਰ ਹੈ, ਇਹ ਕੀ ਕਰ ਸਕਦਾ ਹੈ। ਦੂਸਰਾ, ਕਾਰਨ ਦੇ ਸਾਡਾ ਜਿਹੜਾ ਸੂਖਮ ਸਰੀਰ ਹੈ ਉਹ ਵੀ ਕੀ ਕਰ ਸਕਦਾ, ਸਾਡਾ ਅੰਤਸ਼ਕਰਨ, ਸਾਡਾ ਮਨ ਵੀ ਕੀ ਕਰ ਸਕਦਾ ਹੈ, ਜੇਕਰ ਗੁਰੂ ਦੀ ਕਿਰਪਾ ਨਾ ਹੋਵੇ। ਜਿਹੇ ਜਿਹੇ ਡਾਲੀ ਪਗ ਧਰੋ ਸੋਈ ਮੁਰਮੁਰ ਜਾਏ। ਜਿਹੇ ਜਿਹੇ ਡਾਲੀ ਪਗ ਧਰੋ ਸੋਈ ਮੁਰਮੁਰ ਜਾਏ। ਜਿਹੜੇ ਜਿਹੜੇ ਡਾਣੀ ਦੇ ਉੱਪਰ ਪੈਰ ਧਰਦਾ ਉਹੋ ਹੀ ਡਾਣੀ ਮੁੜ ਜਾਂਦੀ ਹੈ, ਟੁੱਟ ਜਾਂਦੀ ਹੈ। ਭਾਵ ਜਿਹੜਾ ਵੀ ਕੋਈ ਜਪ ਤਪ ਸਿਮਰਨ ਸਾਧਨਾ ਕੀਤੀ ਜਾਂਦੀ ਹੈ ਉਹਦੇ ਵਿੱਚ ਵਿਘਨ ਪੈ ਜਾਂਦਾ ਹੈ, ਉਹਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਨੇ। ਰਿੱਧੀਆਂ ਸਿੱਧੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਆਦਿਕ ਕਿੰਨੇ ਚੋਰ ਨੇ ਜੋ ਇਹਨੂੰ ਆ ਕੇ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਨੇ। ਕਹਿਣ ਲੱਗੇ, ਜਿਹੜੇ ਜਿਹੜੇ ਵੀ ਮੈਂ ਸਾਧਨ ਕਰਦਾ ਹਾਂ ਉਹਨਾਂ ਸਾਧਨਾਂ ਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਹਨ ਤੇ ਉਸ ਪਰਮਾਤਮਾ ਤੱਕ ਪਹੁੰਚਿਆ ਨਹੀਂ ਜਾਂਦਾ। ਕਬੀਰ ਕਬੀਰ ਅਵਰ ਹੈ ਕੋ ਉਪਦੇਸ ਤੇ
ਮੁਖ ਮੈਂ ਪਰ ਹੈ ਰੇਤ। ਇਹ ਕਬੀਰ ਸਾਹਿਬ ਨੇ ਉਹਨਾਂ ਨੂੰ ਕਿਹਾ ਜਿਹੜੇ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀਂ ਠਾਓ, ਕਿ ਜਿਨ੍ਹਾਂ ਨੂੰ ਆਪ ਨੂੰ ਕੋਈ ਸੋਝੀ ਨਹੀਂ, ਆਪ ਨੂੰ ਕੋਈ ਗਿਆਨ ਨਹੀਂ, ਜਾਂ ਜਿਨ੍ਹਾਂ ਨੇ ਆਪ ਹਾਲੇ ਤੱਕ ਕੁਝ ਨਹੀਂ ਕਮਾਇਆ। ਕਹਿਣ ਲੱਗੇ ਲੋਕਾਂ ਨੂੰ ਉਹ ਉਪਦੇਸ਼ ਦੇ ਰਹੇ ਨੇ ਪਰ ਆਪ ਉਹ ਖਾਲੀ ਨੇ, ਉਹਨਾਂ ਦੇ ਕੋਲੇ ਕੁਝ ਵੀ ਨਹੀਂ। ਜਿਸ ਤਰ੍ਹਾਂ ਆਪਾਂ ਇੱਕ ਬੜੀ ਪ੍ਰਚਲਿਤ ਇੱਕ ਛੋਟੀ ਜੀ ਸਾਖੀ ਸੁਣਦੇ ਹਾਂ। ਇੱਕ ਵਾਰ ਇੱਕ ਮਾਈ ਆਪਣੇ ਬੱਚੇ ਨੂੰ ਲੈ ਕੇ ਕਿਸੇ ਸਾਧੂ ਮਹਾਤਮਾ ਦੇ ਕੋਲ ਜਾਂਦੀ ਆ। ਕਹਿਣ ਲੱਗੀ ਬਾਬਾ ਜੀ ਇਹਨੂੰ ਸਿੱਖਿਆ ਦਿਓ, ਇਹ ਗੁੜ ਨਾ ਖਾਵੇ। ਉਹ ਕਹਿਣ ਲੱਗਾ ਫਿਰ ਇੱਕ ਹਫ਼ਤੇ ਬਾਅਦ ਵਿੱਚ ਆਇਓ। ਹਫ਼ਤੇ ਦਾ ਸਮਾਂ ਲੰਘਿਆ, ਉਹ ਮਾਈ ਫਿਰ ਆਪਣੇ ਬੱਚੇ ਨੂੰ ਲੈ ਕੇ ਉਸ ਮਹਾਤਮਾ ਦੇ ਕੋਲ ਪਹੁੰਚੀ। ਜਾ ਕੇ ਕਹਿਣ ਲੱਗੀ ਜੀ ਬਾਬਾ ਜੀ ਇਹਨੂੰ ਸਮਝਾਓ, ਇਹ ਗੁੜ ਬੜਾ ਖਾਂਦਾ ਹੈ। ਮਹਾਤਮਾ ਕਹਿਣ ਲੱਗੇ ਪੁੱਤਰ ਗੁੜ ਨਾ ਖਾਇਆ ਕਰ, ਇਹ ਸਿਹਤ ਲਈ ਹਾਨੀਕਾਰਕ ਹੈ। ਉਹ ਮਾਈ ਬੜੀ ਹੈਰਾਨ ਹੋਈ, ਕਹਿਣ ਲੱਗੀ ਜੇ ਇਹੋ ਹੀ ਬਚਨ ਕਹਿਣੇ ਸਨ ਪਿਛਲੇ ਹਫ਼ਤੇ ਕਹਿ ਦਿੰਦੇ ਜਦੋਂ ਮੈਂ ਪਹਿਲੀ ਵਾਰ ਆਈ। ਮਹਾਤਮਾ ਕਹਿਣ ਲੱਗੇ ਕਿਵੇਂ ਕਹਿ ਦਿੰਦਾ, ਉਦੋਂ ਤੇ ਮੈਂ ਆਪ ਖਾਂਦਾ ਸੀ। ਆਪ ਸਾਡੇ ਵਿੱਚ ਬੜੀ ਰੁਕਾਵਟ, ਸਾਡੇ ਵਿੱਚ ਬੜੀ ਘਾਟ ਆ ਚੁੱਕੀ ਹੈ ਕਿ ਸਾਡੀਆਂ ਸਿੱਖ ਪੰਥਕ ਸਟੇਜਾਂ ਜਿੰਨੀਆਂ ਅਸੀਂ ਗੱਲਾਂ ਕਰਦੇ ਹਾਂ, ਸਾਡੇ ਪ੍ਰਚਾਰਕ ਉਹਨਾਂ ਗੱਲਾਂ ਦੇ ਉੱਪਰ ਪੂਰੇ ਨਹੀਂ, ਖਰੇ ਨਹੀਂ। ਇਸੇ ਲਈ ਸਿੱਖੀ ਦਾ ਅਸਰ, ਸਿੱਖੀ ਦਾ ਪ੍ਰਚਾਰ ਨਹੀਂ ਹੋਇਆ। ਇੱਕ ਵਾਰ ਸਿੰਘਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੂੰ ਕਿਹਾ ਕਿ ਮਹਾਂਪੁਰਖੋ ਅਸੀਂ ਸਾਰਾ ਦਿਨ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਹਾਂ, ਗੁਰਸਿੱਖੀ ਦਾ ਪ੍ਰਚਾਰ ਕਰਦੇ ਹਾਂ। ਅਸੀਂ ਸੰਗਤਾਂ ਨੂੰ ਬੜੀ ਬੇਨਤੀ ਕਰਦੇ ਹਾਂ ਭਾਈ ਗੁਰੂ ਵਾਲੇ ਬਣੋ, ਗੁਰਸਿੱਖੀ ਵਿੱਚ ਵਾਪਸ ਮੁੜੋ, ਅੰਮ੍ਰਿਤ ਛਕੋ। ਸਾਡੀ ਕੋਈ ਗੱਲ ਨਹੀਂ ਸੁਣਦਾ ਤੇ ਤੁਸੀਂ ਜਦੋਂ ਆਉਂਦੇ ਹੋ ਤੁਸੀਂ ਸੰਗਤ ਨੂੰ ਬੇਨਤੀ ਕਰਦੇ ਹੋ, ਸੰਗਤ ਤਿਆਰ ਹੋ ਜਾਂਦੀ ਹੈ। ਤੇ ਉਸ ਵੇਲੇ ਮਹਾਂਪੁਰਖਾਂ ਨੇ ਇੱਕ ਬਚਨ ਕਹੇ ਸਨ। ਕਹਿਣ ਲੱਗੇ ਗੁਰਸਿੱਖੋ ਇਹ ਮੇਰੇ ਵਿੱਚ ਕੋਈ ਤਾਕਤ ਨਹੀਂ, ਇਹ ਜੋ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਜੋ ਮਹਾਰਾਜ ਦੀ ਕਿਰਪਾ, ਸਾਡੇ ਮਹਾਂਪੁਰਖ ਕੇਸਾਂ ਦਾ ਬੜਾ ਸਤਿਕਾਰ ਕਰਦੇ ਸਨ। ਆਪ ਨੂੰ ਪਤਾ ਹੋਵੇਗਾ ਕਿ ਉਹਨਾਂ ਦਾ ਜਦੋਂ ਐਕਸੀਡੈਂਟ ਵੀ ਹੋਇਆ, ਡਾਕਟਰਾਂ ਨੇ ਕਿਹਾ ਕਿ ਆਪਰੇਸ਼ਨ ਕਰਨਾ ਹੈ ਤੇ ਮਹਾਂਪੁਰਖ ਕਹਿਣ ਲੱਗੇ ਨਹੀਂ, ਰੋਮਾਂ ਦੀ ਬੇਅਦਬੀ ਨਹੀਂ ਅਸੀਂ ਕਰਾਉਣੀ, ਸਾਡਾ ਸਰੀਰ ਜਾਂਦਾ ਤੇ ਜਾਵੇ। ਆਪਰੇਸ਼ਨ ਨਹੀਂ ਕਰਾਇਆ ਸੀ, ਇਸੇ ਕਰਕੇ ਉਹਨਾਂ ਦਾ ਸਰੀਰ ਜਿਹੜਾ ਪੰਜ ਭੂਤਕ ਸਰੀਰ ਉਹ ਸੰਸਾਰ ਤੋਂ ਅਲਵਿਦਾ ਹੋਇਆ। ਪਰ ਰੋਮਾਂ ਦੀ ਬੇਅਦਬੀ ਉਹਨਾਂ ਨੇ ਕਦੀ ਜ਼ਿੰਦਗੀ ਵਿੱਚ ਨਹੀਂ ਕੀਤੀ। ਉਸ ਵੇਲੇ ਸਿੰਘਾਂ ਨੂੰ ਬਚਨ ਕਹੇ, ਸਿੰਘੋ ਇਹ ਜਿਹੜੇ ਕਲਗੀਧਰ ਪਿਤਾ ਮਹਾਰਾਜ ਨੇ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਹੈ, ਜਨਮ ਤੋਂ ਲੈ ਕੇ ਅੱਜ ਤੱਕ ਮੇਰੇ ਕੇਸਾਂ ਨੂੰ ਕਿਤੇ ਕੈਂਚੀ ਨਹੀਂ ਲੱਗੀ। ਇਹ ਤਾਕਤ ਕਲਗੀਧਰ ਦੇ ਇਹਨਾਂ ਰੋਮਾਂ ਦੇ ਵਿੱਚ ਹੈ, ਇਹਨਾਂ ਕੇਸਾਂ ਦੇ ਵਿੱਚ ਹੈ। ਇਸੇ ਕਰਕੇ ਕਹਿਣ ਲੱਗੇ ਜੋ ਅਸੀਂ ਬੋਲ ਕਹਿੰਦੇ ਹਾਂ ਉਹ ਸੰਗਤਾਂ ਦੇ ਉੱਪਰ ਅਸਰ ਹੁੰਦਾ ਹੈ। ਗੁਰਸਿੱਖੀ ਦਾ ਜੇ ਪ੍ਰਚਾਰ ਕਰਨਾ ਹੈ, ਅਸਲ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀ ਹੈ? ਪ੍ਰਚਾਰਕ ਦਾ ਆਪਣਾ ਜੀਵਨ ਹੈ। ਜੇ ਪ੍ਰਚਾਰਕ ਦਾ ਆਪਣਾ ਜੀਵਨ ਤਕੜਾ ਹੋਵੇ ਤੇ ਜਿਹੜੀ ਸੰਗਤ ਹੈ ਉਹਦੇ ਪ੍ਰਚਾਰ ਨੂੰ ਨਹੀਂ, ਉਹਨੂੰ ਦੇਖ ਕੇ ਹੀ ਬਦਲ ਜਾਂਦੀ ਹੈ। ਸੋ ਕਹਿਣ ਲੱਗੇ ਕਾਰਨ ਬਪਰਾ ਕਾ ਕਿਆ ਕਰੇ, ਰਾਮ ਨਾ ਕਰੇ ਸਹਾਏ। ਜੇ ਉਹ ਵਾਹਿਗੁਰੂ ਸਹਾਇਤਾ ਨਾ ਕਰੇ ਤੇ ਕੀ ਕਰ ਸਕਦਾ ਹੈ? ਦੁਬਾਰਾ ਪੜ੍ਹੋ ਜੀ। ਕਬੀਰ ਅਵਰ ਹੈ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ। ਕਹਿਣ ਲੱਗੇ ਜੇ ਆਪਣਾ ਜੀਵਨ ਨਹੀਂ, ਉਹਨਾਂ ਗੁਰੂਆਂ ਦਾ ਜਿਹੜੇ ਗੁਰੂ ਬਣੇ ਬੈਠੇ ਨੇ, ਹੋਰਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਉਹਨਾਂ ਦੇ ਮੁਖ ਵਿੱਚ ਰੇਤ ਪਵੇਗੀ। ਰੇਤ ਪੈਣ ਤੋਂ ਭਾਵ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਮੂੰਹ ਵਿੱਚ ਘੱਟਾ ਪੈਣਾ, ਕਿ ਲੋਕਾਂ ਨੂੰ ਉਪਦੇਸ਼ ਦੇ ਰਹੇ ਨੇ, ਆਪ ਉਹ ਖਾਲੀ ਨੇ, ਸਖਣੇ ਨੇ, ਹੋਰਾਂ ਨੂੰ ਉਪਦੇਸ਼ ਦੇ ਰਹੇ ਨੇ, ਉਹਨਾਂ ਦੇ ਮੂੰਹ ਵਿੱਚ ਰੇਤਾ ਹੈ, ਘੱਟਾ ਹੈ। ਰਾਸ ਬਿਰਾਨੀ ਰਾਖਤੇ ਖਾਇਆ ਕਰ ਕਾ ਖੇਤ। ਲੋਕਾਂ ਨੂੰ ਤੇ ਉਪਦੇਸ਼ ਦੇ ਰਹੇ ਨੇ ਕਿ ਭਾਈ ਇਸ ਤਰ੍ਹਾਂ ਜੀਵਨ ਨੂੰ ਕਮਾਓ, ਇਸ ਤਰ੍ਹਾਂ ਕਰਕੇ ਤੁਸੀਂ ਸੱਚਖੰਡ ਜਾ ਸਕਦੇ ਹੋ, ਨਰਕਾਂ ਤੋਂ ਬਚ ਸਕਦੇ ਹੋ। ਪਰ ਉਹਨਾਂ ਨੇ ਆਪਣੇ ਘਰ ਨੂੰ ਹੀ, ਆਪਣੇ ਖੇਤ ਨੂੰ ਹੀ ਖਾ ਲਿਆ। ਜਿਹੜੇ ਆਪਣੇ ਸ਼ੁਭ ਗੁਣ ਨੇ, ਸਤੋ ਗੁਣ, ਰਜੋ ਗੁਣ ਜਿਹੜੇ ਨੇ, ਸਤੋ ਗੁਣ ਜਿਹੜੇ ਸ਼ੁਭ ਵਿਚਾਰ ਜਿਹੜੇ ਨੇ, ਉਹਨਾਂ ਨੂੰ ਖਾ ਲਿਆ, ਉਹਨਾਂ ਨੂੰ ਖਤਮ ਕਰ ਲਿਆ। ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ। ਕਹਿਣ ਲੱਗੇ ਸਾਧੂਆਂ ਦੀ ਸੰਗਤ ਕਰੀਏ ਭਾਵੇਂ ਸਾਨੂੰ ਜੌਂ ਦੀ ਰੋਟੀ ਖਾਣੀ ਪਵੇ। ਭੂਸੀ ਦਾ ਅਰਥ ਹੈ ਰੋਟੀ, ਜੌਂ। ਇੱਕ ਸਾਖੀ ਮਿਲਦੀ ਹੈ
ਇੱਕ ਪੁੱਜੇ ਹੋਏ ਮਹਾਤਮਾ ਦੇ ਕੋਲ ਇੱਕ ਵਾਰ ਕੋਈ ਸ਼ਾਹੂਕਾਰ ਆਇਆ। ਕਹਿਣ ਲੱਗੇ, ਤੁਸੀਂ ਜੰਗਲ ਵਿੱਚ ਬੈਠੇ ਹੋ, ਤੁਸੀਂ ਭੋਜਨ ਪ੍ਰਸ਼ਾਦਾ ਕੀ ਛਕਦੇ ਹੋ? ਮਹਾਤਮਾ ਕਹਿਣ ਲੱਗਾ, ਜੋ ਵਾਹਿਗੁਰੂ ਭੇਜ ਦਿੰਦਾ ਹੈ ਛਕ ਲੈਂਦੇ, ਨਹੀਂ ਤੇ ਉਸ ਵਾਹਿਗੁਰੂ ਦੀ ਮੌਜ ਵਿੱਚ ਬੈਠੇ ਹਾਂ। ਸ਼ਾਹੂਕਾਰ ਕਹਿਣ ਲੱਗਾ, ਅੱਜ ਤੋਂ ਬਾਅਦ ਇੱਕ ਪਾਈਆ ਚਾਵਲ ਸਾਡੇ ਘਰੋਂ ਤੁਹਾਡੇ ਕੋਲ ਰੋਜ਼ਾਨਾ ਆਇਆ ਕਰਨਗੇ। ਮਹਾਤਮਾ ਕਹਿਣ ਲੱਗੇ, ਠੀਕ ਹੈ, ਜੇ ਤੇਰੀ ਖੁਸ਼ੀ ਹੈ ਤੇ ਤੂੰ ਆਪਣੇ ਘਰੋਂ ਭੇਜ ਦੇ, ਨਹੀਂ ਤੇ ਅਸੀਂ ਉਸ ਪਰਮਾਤਮਾ ਦੀ ਮੌਜ ਵਿੱਚ ਬੈਠੇ ਹਾਂ। ਇੱਕ ਪਾਈਆ ਚੌਲ ਰੋਜ਼ਾਨਾ ਉਹ ਸ਼ਾਹੂਕਾਰ ਦੇ ਘਰੋਂ ਆਇਆ ਕਰਨ ਤੇ ਮਹਾਤਮਾ ਚੌਲਾਂ ਨੂੰ ਉਬਾਲ ਕੇ ਖਾ ਲਿਆ ਕਰਨ ਤੇ ਬੰਦਗੀ ਵਿੱਚ ਲੀਨ। ਇੱਕ ਦਿਨ ਇੱਕ ਮਨੁੱਖ ਚੱਲ ਕੇ ਆਇਆ, ਕਹਿਣ ਲੱਗਾ, ਜੀ ਮੈਨੂੰ ਆਪਣਾ ਸ਼ਿਸ਼ ਬਣਾਓ, ਮੈਂ ਤੁਹਾਡੀ ਸੰਗਤ ਵਿੱਚ ਰਹਿਣਾ ਚਾਹੁੰਦਾ ਹਾਂ, ਮੈਂ ਤੁਹਾਡੀ ਸੰਗਤ ਕਰਕੇ ਆਪਣਾ ਇਹ ਮਨੁੱਖਾ ਜਨਮ ਸਫਲਾ ਕਰਨਾ ਚਾਹੁੰਦਾ। ਸਾਧੂ ਮਹਾਤਮਾ ਕਹਿਣ ਲੱਗੇ ਕਿ ਸਾਡੇ ਕੋਲੇ ਖਾਣੇ ਦਾ ਕੋਈ ਪ੍ਰਬੰਧ ਨਹੀਂ, ਕੇਵਲ ਇੱਕ ਪਾਈਆ ਚੌਲ ਸਾਨੂੰ ਮਿਲਦੇ ਨੇ, ਅਸੀਂ ਉਹਨਾਂ ਦੇ ਨਾਲ ਗੁਜ਼ਾਰਾ ਕਰਦੇ ਹਾਂ, ਤੇਰਾ ਕੀ ਕਰਾਂਗਾ? ਕਹਿਣ ਲੱਗੇ, ਜਿਹੜੀ ਚੌਲਾਂ ਦੇ ਉੱਪਰੋਂ ਪੱਛ ਲੈਂਦੀ ਜਦੋਂ ਚੌਲ ਆਪਾਂ ਧੋਨੇ ਆ, ਕਹਿਣ ਲੱਗੇ, ਮੈਂ ਉਹ ਪੱਛ ਦਾ ਜਿਹੜਾ ਪਾਣੀ ਪੀ ਕੇ ਗੁਜ਼ਾਰਾ ਕਰ ਲਵਾਂਗਾ, ਪਰ ਤੁਸੀਂ ਮੈਨੂੰ ਆਪਣੀ ਸੰਗਤ ਵਿੱਚ ਰੱਖੋ। ਸਾਧੂ ਮਹਾਤਮਾ ਕਹਿਣ ਲੱਗੇ, ਠੀਕ ਹੈ। ਉਹਨਾਂ ਨੇ ਆਪਣੀ ਸੰਗਤ ਵਿੱਚ ਰੱਖਿਆ। ਥੋੜ੍ਹਾ ਸਮਾਂ ਬਤੀਤ ਹੋਇਆ, ਇੱਕ ਹੋਰ ਜਗਿਆਸੂ ਆਇਆ ਤੇ ਆ ਕੇ ਬੇਨਤੀ ਕੀਤੀ ਕਿ ਮਹਾਤਮਾ, ਮੈਂ ਤੁਹਾਡੀ ਸ਼ਰਨ ਵਿੱਚ ਰਹਿ ਕੇ ਆਪਣਾ ਮਨੁੱਖਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ, ਕਿਰਪਾ ਕਰੋ। ਮਹਾਤਮਾ ਨੇ ਉਹ ਬਚਨ ਦੁਹਰਾਏ ਕਿ ਮੇਰੇ ਕੋਲੇ ਖਾਣ ਨੂੰ ਕੁਝ ਨਹੀਂ ਹੈ, ਚੌਲਾਂ ਦੀ ਪੱਛ ਦਾ ਪਾਣੀ ਇਹ ਸੇਵਕ ਪੀਂਦਾ, ਚੌਲ ਮੈਂ ਖਾ ਲੈਣਾ, ਤੇਰੇ ਵਾਸਤੇ ਕੀ ਰਿਹਾ? ਉਹ ਕਹਿਣ ਲੱਗਾ, ਜਿਹੜੇ ਚੌਲਾਂ ਦੇ ਪੱਛ ਦਾ ਜਿਹੜਾ ਪਾਣੀ ਆ ਜਾਂ ਜਿਹੜੇ ਭਾਂਡੇ ਵਿੱਚ ਚੌਲ ਬਣਨਗੇ, ਉਹਨੂੰ ਸਾਫ਼ ਕਰਕੇ ਜੋ ਕੁਝ ਵੀ ਬਚਿਆ ਮੈਂ ਉਹ ਪੀ ਕੇ ਗੁਜ਼ਾਰਾ ਕਰ ਲਵਾਂਗਾ, ਪਰ ਮੈਨੂੰ ਆਪਣੀ ਸੰਗਤ ਵਿੱਚ ਰਹਿਣ ਦਾ ਮੈਨੂੰ ਬਲ ਬਖਸ਼ੋ, ਹੁਕਮ ਬਖਸ਼ੋ ਮੈਨੂੰ। ਸੋ ਇਉਂ ਕਬੀਰ ਸਾਹਿਬ ਕਹਿਣ ਲੱਗੇ, ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੈ ਉਹ ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ। ਉਹ ਤੇ ਰੁੱਖੀ ਮਿੱਸੀ ਖਾ ਕਰਕੇ ਅਲਪ ਆਹਾਰੀ ਰਹਿ ਕੇ ਵੀ ਪਰਮਾਤਮਾ ਦੀ ਬੰਦਗੀ ਕਰ ਸਕਦੇ ਨੇ। ਕਹਿਣ ਲੱਗੇ, ਸਾਧੂਆਂ ਦੀ ਸੰਗਤ ਕੀਤੀ ਜਾਵੇ, ਭਾਵੇਂ ਉਹਦੇ ਬਦਲੇ ਤੁਹਾਨੂੰ ਜੌ ਕੀ ਭੂਸੀ, ਜੌ ਦੀ ਜਿਹੜੀ ਰੋਟੀ ਹੈ ਉਹ ਛਕਣੀ ਪਵੇ, ਭਾਵੇਂ ਤੁਹਾਨੂੰ ਉਹ ਚੌਲਾਂ ਦਾ ਪਾਣੀ ਜਾਂ ਉਸ ਭਾਂਡੇ ਨੂੰ ਧੋ ਕੇ ਵੀ ਪੀਣਾ ਪਵੇ, ਕਿਉਂਕਿ ਐਸੇ ਸਾਧੂ ਮਹਾਤਮਾ ਦੀ ਸੰਗਤ ਬੜੀ ਦੁਰਲੱਭ ਹੁੰਦੀ ਹੈ। ਹੋਨਹਾਰ ਸੋ ਹੋਏ ਹੈ, ਸਾਖਤ ਸੰਗ ਨ ਜਾਓ। ਕਹਿਣ ਲੱਗੇ, ਸਾਧੂਆਂ ਦੀ ਸੰਗਤ ਕੀਤੀ ਜਾਵੇ, ਉਹਦਾ ਫਲ, ਉਹਦੇ ਬਦਲੇ ਭਾਵੇਂ ਤੁਹਾਨੂੰ ਭੁੱਖਾ ਵੀ ਰਹਿਣਾ ਪਵੇ, ਜੋ ਵੀ ਕੁਝ ਕਰਨਾ ਪਵੇ ਉਹ ਕਰਨਾ ਚਾਹੀਦਾ ਹੈ, ਪਰ ਇੱਕ ਗੱਲ ਪੱਲੇ ਬੰਨਣੀ ਚਾਹੀਦੀ ਹੈ, ਸਾਖਤ ਸੰਗ ਨਾ ਜਾਏ। ਭੁੱਲ ਕੇ ਵੀ, ਭੁਲੇਖੇ ਦੇ ਨਾਲ ਵੀ ਮਨਮੁਖਾਂ ਦੀ ਸੰਗਤ ਨਾ ਕੀਤੀ ਜਾਵੇ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਕਹਿਣ ਲੱਗੇ, ਸਾਧੂਆਂ ਦੀ ਸੰਗਤ ਦਾ ਫਲ ਕੀ ਹੈ? ਦਿਨ ਦਿਨ ਦੂਨਾ ਹੇਤ। ਹੇਤ ਦਾ ਅਰਥ ਹੈ ਪ੍ਰੇਮ, ਕਿਉਂਕਿ ਉਹ ਸਾਰਾ ਦਿਨ ਪਰਮਾਤਮਾ ਦੀ ਬੰਦਗੀ ਕਰਦੇ ਨੇ, ਵਾਹਿਗੁਰੂ ਦਾ ਨਾਮ ਜਪਦੇ ਨੇ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਬਚਨ ਕਰਦੇ ਨੇ ਕਿ ਸਾਧੂਆਂ ਦੇ ਘਰ ਦਾ ਕੁੱਤਾ ਤੇ ਸਾਕਤ ਦੀ ਮਾਂ। ਕਹਿਣ ਲੱਗੇ, ਸਾਧੂਆਂ ਦਾ ਕੁੱਤਾ ਵੀ ਭਲਾ ਹੈ ਤੇ ਮਨਮੁਖ ਦੀ ਮਾਂ ਬੁਰੀ ਹੈ। ਕਹਿਣ ਲੱਗੇ, ਉਹ ਸਾਰਾ ਦਿਨ ਵਾਹਿਗੁਰੂ ਦਾ ਨਾਮ ਜਪਦੇ ਨੇ, ਇਸ ਕਰਕੇ ਉਹਨਾਂ ਦੇ ਕੋਲੋਂ ਵਾਹਿਗੁਰੂ ਦੀ ਬਖਸ਼ਿਸ਼, ਵਾਹਿਗੁਰੂ ਦੀ ਵਡਿਆਈ ਕਰਦਿਆਂ ਸਿੱਖਦਿਆਂ ਪਰਮਾਤਮਾ ਦੇ ਨਾਲ ਪ੍ਰੇਮ ਵੱਧਦਾ। ਦਿਨ ਦਿਨ ਦੂਨਾ ਹੇਤ, ਵਾਰ-ਵਾਰ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਮਨ ਭਿੱਜ ਜਾਂਦਾ ਹੈ, ਵਾਹਿਗੁਰੂ ਨਾਲ ਹੋਰ ਪ੍ਰੇਮ ਵੱਧਦਾ ਹੈ। ਸਾਖਤ ਕਾਰੀ ਕਾਂਬਰੀ ਤੋਏ ਹੋਏ ਨਾ ਸੇਤ। ਪਰ ਕਹਿਣ ਲੱਗੇ, ਜੇਕਰ ਸਾਖਤਾਂ ਦੀ ਸੰਗਤ ਕਰਾਂਗੇ, ਸਾਖਤਾਂ ਦੀ ਸੰਗਤ ਐਸੀ ਹੈ ਜਿਸ ਤਰ੍ਹਾਂ ਕਾਲੀ ਕੰਬਲੀ ਹੈ। ਕਾਲੀ ਕੰਬਲੀ ਨੂੰ ਕਿੰਨਾ ਕੁ ਧੋਤਾ ਜਾਵੇ, ਜਿੰਨਾ ਵੀ ਧੋਵਾਂਗੇ ਉਹ ਚਿੱਟੀ ਨਹੀਂ ਹੋ ਸਕਦੀ, ਉਹ ਕਾਲੀ ਹੀ ਰਹੇਗੀ। ਇਸੇ ਤਰ੍ਹਾਂ ਜਿਹੜੇ ਸਾਖਤ ਲੋਕ ਨੇ, ਜਿਹੜੇ ਮਨਮੁਖ ਲੋਕ ਨੇ, ਉਹਨਾਂ ਦੇ ਹਿਰਦੇ ਕਾਲੇ ਹੋਏ ਪਏ ਨੇ। ਉਹਨਾਂ ਦੇ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਉਹਨਾਂ ਦੇ ਅੰਦਰ ਹਿਰਦੇ ਕਾਲੇ ਹੋਏ ਪਏ ਨੇ। ਉਹਨਾਂ ਨੂੰ ਜਿੰਨੇ ਵੀ ਕੋਈ ਸਾਧਨ ਕੀਤੇ ਜਾਣ ਉਹ ਪਵਿੱਤਰ ਨਹੀਂ ਹੋ ਸਕਦੇ। ਕਬੀਰ ਮਨ ਮੁੰਡਿਆ ਨਹੀਂ,
केस मुंडाए काए। ਇੱਕ ਵਾਰ ਇੱਕ ਸਾਧੂ ਜੋ ਆਪਣੇ ਆਪ ਨੂੰ ਬ੍ਰਹਮ ਵੇਤਾ ਸਮਝਦਾ ਸੀ, ਭਗਤ ਕਬੀਰ ਸਾਹਿਬ ਦੇ ਕੋਲ ਆਇਆ। ਉਹਨੇ ਆਪਣਾ ਸਿਰ ਜਿਹੜਾ ਹੈ ਚੰਗੀ ਤਰ੍ਹਾਂ ਮੁੰਡਨ ਕਰਾਇਆ, ਕੋਈ ਕੇਸ ਸਿਰ ਦੇ ਉੱਪਰ ਨਹੀਂ। ਸਨਾਤਨ ਧਰਮ ਦੇ ਵਿੱਚ ਕਰਮ ਕਾਂਡ ਹੈ। ਕਰਮ ਕਾਂਡ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਸਾਰੇ ਸਰੀਰ ਦਾ ਜਿਹੜਾ ਮੁੰਡਨ ਕੀਤਾ ਜਾਵੇ, ਕੇਸ ਕੱਟੇ ਜਾਣ। ਇਹ ਕਰਮ ਕਾਂਡ ਦੇ ਵਿੱਚ ਆਉਂਦਾ ਹੈ। ਤੇ ਕਬੀਰ ਸਾਹਿਬ ਜੀ ਇਸ ਕਰਮ ਕਾਂਡ ਦਾ ਖੰਡਨ ਕਰਦੇ ਨੇ। ਕਰਮ ਕਾਂਡ ਹਾਲਾਂਕਿ ਉਹਨਾਂ ਦਾ ਇੱਕ ਪਾਰਟ ਹੈ, ਉਹ ਜ਼ਰੂਰੀ ਸਮਝਦੇ ਨੇ ਜੋ ਜੋ ਲਿਖਿਆ ਜਾਂਦਾ ਹੈ। ਕਬੀਰ ਸਾਹਿਬ ਇਸ ਦਾ ਖੰਡਨ ਕਰਦੇ ਨੇ, ਕਹਿਣ ਲੱਗੇ ਕਿ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਕੇਸ ਤੇ ਤੂੰ ਆਪਣੇ ਕਟਾ ਲਏ, ਚੰਗੀ ਤਰ੍ਹਾਂ ਘਰ ਮੁੰਡਾਏ, ਚੰਗੀ ਤਰ੍ਹਾਂ ਕਟਾ ਲਏ, ਪਰ ਇਸ ਮਨ ਨੂੰ ਕਿਉਂ ਨਹੀਂ ਮੋੜਿਆ? ਇਹ ਮਨ ਤੇ ਮੈਗਲ ਹੋਏ ਰਹੇ ਹੋ। ਇਹ ਤੇ ਹਾਥੀ ਦੀ ਨਿਆਈ ਬਹੁਤ ਵੱਡਾ ਹੋਇਆ ਪਿਆ ਹੈ। ਤੇ ਫਿਰ ਜੋ ਉਸ ਮੁਕਤੀ ਦਾ ਦਰਵਾਜ਼ਾ ਹੈ ਉਹ ਬਹੁਤ ਜ਼ਿਆਦਾ ਛੋਟਾ ਹੈ, ਬੜਾ ਬਰੀਕ ਹੈ, ਮਹੀਨ ਹੈ। ਉਹ ਕਿਵੇਂ ਪਾਰ ਹੋ ਸਕੇ? ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਇਹ ਭਾਈ ਤੂੰ ਕੇਸ ਤੇ ਕਟਾ ਆਇਆ ਕਰਮ ਕਾਂਡ ਦੇ ਵਿੱਚ ਪੈ ਕਰਕੇ, ਪਰ ਆਪਣੇ ਇਸ ਮਨ ਨੂੰ ਨਹੀਂ ਸਾਧਿਆ। जो किश किया सो मन किया ਮੁੰਡਾ ਮੁੰਡਾ ਜਾਏ। ਕਹਿਣ ਲੱਗੇ ਨੇ ਜੋ ਕੁਝ ਵੀ ਕੀਤਾ ਹੈ ਉਹ ਤੇ ਮਨ ਨੇ ਕੀਤਾ ਨਾ, ਤੇ ਮਨ ਹੀ ਕਰ ਰਿਹਾ ਹੈ। ਤੇ ਫਿਰ ਮੁੰਡਾ ਮੁੰਡ ਅੰਜਾਏ। ਬਿਨਾਂ ਗੱਲਾਂ ਤੋਂ ਹੀ ਤੁਸੀਂ ਇਹ ਕੇਸਾਂ ਦੀ ਜਿਹੜੀ ਬੇਅਦਬੀ ਕਰ ਦਿੱਤੀ, ਕੇਸ ਕਟਾ ਦਿੱਤੇ। ਜਿੰਨੇ ਵੀ ਭਗਤ, ਜਿੰਨੇ ਵੀ ਸੰਤ ਮਹਾਤਮਾ, ਪੀਰ ਪੈਗੰਬਰ ਔਲੀਏ ਅਵਤਾਰ ਹੋਏ ਨੇ, ਵੱਡੇ ਆਪਾਂ ਜ਼ਿਕਰ ਕਰੀਏ, ਭਗਤ ਔਲੀਏ ਅਵਤਾਰ ਤੇ ਪੈਗੰਬਰ, ਸਭਨਾਂ ਦੇ ਕੇਸ ਸੀ, ਸਾਰੇ ਕੇਸਾਂ ਧਾਰੀ ਸੀ। ਇੱਕ ਪੁਸਤਕ ਹੈ ਕੇਸ ਚਮਤਕਾਰ, ਜ਼ਰੂਰ ਕਿਤੇ ਸਮਾਂ ਲੱਗਿਆ ਤੇ ਉਸ ਪੁਸਤਕ ਨੂੰ ਪੜ੍ਹਿਓ। ਬੜੇ ਉਹ ਆਪਾਂ ਹੈਰਾਨ ਹੁੰਨੇ ਕਿ ਕੇਸਾਂ ਦੀ ਕੀ ਅਹਿਮੀਅਤ ਹੈ ਸਾਡੀ ਜ਼ਿੰਦਗੀ ਦੇ ਵਿੱਚ। ਇਹ ਸਾਰੇ ਕੇਸਾਂ ਧਾਰੀ ਹੋਏ ਨੇ। ਇਸ ਕਰਕੇ ਕਬੀਰ ਸਾਹਿਬ ਕਹਿਣ ਲੱਗੇ ਤੁਸੀਂ ਆਪਣੇ ਮਨ ਨੂੰ ਨਹੀਂ ਸਾਧਿਆ, ਤੇ ਮਨ ਨੂੰ ਸਾਧਿਆ ਨਹੀਂ ਤੇ ਕੇਸ ਤੁਸੀਂ ਕਟਾ ਦਿੱਤੇ। ਇਹ ਸਭ ਵਾਧੂ ਗੱਲਾਂ ਹੈ। ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤ ਜਾਓ। ਕਹਿਣ ਲੱਗੇ ਉਸ ਵਾਹਿਗੁਰੂ ਦੇ ਰਾਮ ਨਾਮ ਨੂੰ ਛੱਡਣਾ ਨਹੀਂ ਚਾਹੀਦਾ, ਭਾਵੇਂ ਧਨ ਚਲਿਆ ਜਾਵੇ ਤੇ ਭਾਵੇਂ ਤਨ ਚਲਿਆ ਜਾਵੇ। ਨਾ ਤੇ ਤਨ ਦਾ ਮੋਹ ਕਰਨਾ ਹੈ, ਨਾ ਧਨ ਦਾ ਮੋਹ ਕਰਨਾ ਹੈ। ਉਸ ਰਾਮ ਦੇ ਨਾਮ ਦੀ ਜੇਕਰ ਪ੍ਰਾਪਤੀ ਹੁੰਦੀ ਹੈ, ਉਹਦੇ ਬਦਲੇ ਜੇ ਧਨ ਜਾਂਦਾ ਹੈ ਤੇ ਜਾਵੇ, ਜੇ ਤਨ ਵੀ ਜਾਂਦਾ ਹੈ, ਸਰੀਰ ਵੀ ਜਾਂਦਾ ਹੈ ਤਾਂ ਜਾਵੇ। ਚਰਨ ਕਮਲ ਚਿਤ ਬੇਦਿਆ ਰਾਮ ਹੈ ਨਾਮ ਸਮਾਓ। ਕਿਉਂਕਿ ਜੇਕਰ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਇਹ ਮਨ ਵਿੰਨਿਆ ਗਿਆ, ਮਨ ਉਸ ਪ੍ਰਮਾਤਮਾ ਦੇ ਨਾਲ ਜੁੜ ਗਿਆ, ਤੇ ਫਿਰ ਇਹ ਜੀਵ ਉਸ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਕਬੀਰ ਸਾਹਿਬ ਉਸ ਪ੍ਰਮਾਤਮਾ ਦੀ ਜਦੋਂ ਬੰਦਗੀ ਦੇ ਵਿੱਚ ਲੀਨ ਹੁੰਦੇ, ਉਹਨਾਂ ਦੇ ਕੋਲ ਇੱਕ ਵਾਜਾ ਹੁੰਦਾ, ਉਹਦੀਆਂ ਤਾਰਾਂ ਨੂੰ ਛੇੜ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ। ਤੇ ਇੱਕ ਦਿਨ ਉਹ ਵਾਜਾ ਟੁੱਟ ਗਿਆ ਤੇ ਆਪਣੀ ਮੌਜ ਵਿੱਚ ਹੀ ਫਿਰ ਇਹ ਸ਼ਲੋਕ ਉਚਾਰਨ ਕੀਤਾ, ਜੋ ਹਮ ਜੰਤ ਵਜਾਵਤੇ ਟੂਟ ਗਈ ਸਭ ਤਾਰ। ਕਿ ਜਿਹੜਾ ਅਸੀਂ ਵਾਜਾ ਉਸ ਵਾਹਿਗੁਰੂ ਦੀ ਸਿਫਤੀ ਦੇ ਵਿੱਚ ਵਜਾਉਂਦੇ ਸਾਂ ਉਹ ਟੁੱਟ ਗਿਆ। ਇਹ ਬਾਹਰੀ ਅਰਥ ਹੈ। ਅੰਤਰੀ ਵੀ ਅਰਥ ਇਹ ਹੈ ਕਿ ਜੋ ਹਮ ਜੰਤ ਵਜਾਵਤੇ, ਇਹ ਸਾਡਾ ਜਿਹੜਾ ਸਰੀਰ ਹੈ ਵਾਜਾ ਹੈ। ਅੱਖਾਂ ਦੇਖਦੀਆਂ ਹੈ, ਕੰਨ ਸੁਣਦੇ ਨੇ, ਇਸੇ ਤਰ੍ਹਾਂ ਰਸਨਾ ਦੇ ਨਾਲ ਅਸੀਂ ਬੋਲਦੇ ਹਾਂ, ਸਾਡੇ ਦੰਦ ਨੇ, ਰੋਟੀ ਆਦਿ ਆਪਾਂ ਚੱਬਦੇ ਹਾਂ। ਕਹਿਣ ਲੱਗੇ ਵਾਜਾ ਹੈ, ਤੇ ਇਹ ਜਿਹੜਾ ਵਾਜਾ ਅਸੀਂ ਵਜਾਉਂਦੇ ਸਾਂ, ਇਹਦੀ ਤਾਰ ਜਿਹੜੀ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ, ਉਹ ਟੁੱਟ ਗਈ। ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਵਨ ਹਾਰ। ਕਹਿਣ ਲੱਗੇ ਇੱਕ ਦੀ ਗੱਲ ਨਹੀਂ, ਪਤਾ ਹੀ ਨਹੀਂ ਕਿੰਨੇ ਕੋ ਆਏ, ਕਿੰਨੇ ਕੋ ਚਲੇ ਗਏ, ਕਿਉਂਕਿ ਇੱਥੇ ਕਿਸੇ ਨੇ ਹਮੇਸ਼ਾ ਨਹੀਂ ਰਹਿਣਾ। ਇਹ ਵੈਰਾਗਮਈ ਸ਼ਲੋਕ ਕਬੀਰ ਸਾਹਿਬ ਨੇ ਉਚਾਰਨ ਕੀਤਾ ਕਿ ਜਦੋਂ ਇਹ ਜੀਓ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਹੈ, ਉਦੋਂ ਫਿਰ ਇਹ ਜਿਹੜਾ ਵਾਜਾ ਹੈ, ਜਿਹੜਾ ਵੱਜਦਾ ਸੀ, ਭਾਵੇਂ ਸਰੀਰ ਚੱਲਦਾ ਫਿਰਦਾ ਸੀ, ਦੇਖਦਾ ਸੁਣਦਾ ਸਭ ਕਿਰਿਆ ਕਰਦਾ ਸੀ, ਇਹ ਖਤਮ ਹੋ ਜਾਂਦਾ ਹੈ। ਤੇ ਕਹਿਣ ਲੱਗੇ ਇਹ ਕੇਵਲ ਸਾਡੇ ਨਾਲ ਨਹੀਂ,
ਪਤਾ ਹੀ ਨਹੀਂ ਪਹਿਲਾਂ ਕਿੰਨੇ ਕੋ ਆਏ ਤੇ ਕਿੰਨੇ ਇੱਥੋਂ ਹੋ ਕਰਕੇ ਚਲੇ ਗਏ, ਸਾਰੇ ਦੇ ਸਾਰੇ ਹੀ ਸਮਾਪਤ ਹੋ ਗਏ। कबीर माए मुंडो तिह गुरु की जाते परम न जाओ जाए। ਕਹਿਣ ਲੱਗੇ ਐਸਾ ਗੁਰੂ ਜਿਹੜਾ ਕਿਸੇ ਦਾ ਭਰਮ ਦੂਰ ਨਾ ਕਰ ਸਕੇ, ਭਰਮ ਭੁਲੇਖੇ ਦੇ ਵਿੱਚ ਹੀ ਲੋਕਾਂ ਨੂੰ ਪਾ ਕਰਕੇ ਰੱਖੇ, ਐਸੇ ਗੁਰੂ ਦੀ ਮਾਂ ਨੂੰ ਮੁੰਡ ਨਾ ਕਰੋ। ਭਾਵ ਜਿਨੇ ਇਹਨੂੰ ਚੰਗੀ ਸਿੱਖਿਆ ਨਹੀਂ ਦਿੱਤੀ। ਦੂਸਰੇ ਅਰਥਾਂ ਵਿੱਚ ਕਬੀਰ ਸਾਹਿਬ ਕਹਿਣ ਲੱਗੇ ਮਾਏ ਮੁੰਡੋ ਤਿਹ ਗੁਰੂ ਕੀ। ਮਾਏ ਤੋਂ ਅਰਥ ਹੈ ਬੁੱਧ। ਉਹਦੀ ਬੁੱਧੀ ਜਿਹੜੀ ਹੈ ਇੰਨੀ ਕੋ ਅਗਿਆਨਤਾ ਦੇ ਵਸ ਪਈ ਹੋਈ ਹੈ, ਉਹ ਆਪ ਹੀ ਭਰਮਾਂ ਦੇ ਵਿੱਚ ਪਿਆ ਹੋਇਆ ਹੈ। ਉਸ ਦੀ ਬੁੱਧੀ ਨੂੰ ਇਹ ਸਮਤ ਆਵੇ ਕਿ ਉਹ ਪਹਿਲਾਂ ਆਪਣਾ ਆਪ ਸਵਾਰੇ ਤੇ ਫਿਰ ਕਿਸੇ ਨੂੰ ਉਪਦੇਸ਼ ਦੇਵੇ। आप डूबे चोह बेद मह चेले दिए बहाए। ਉਹ ਆਪ ਤੇ ਚੌहों ਵੇਦਾਂ ਦੇ ਅਨੁਸਾਰ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸ ਗਏ ਨੇ। ਕੋਈ ਧਰਮ ਮਾੜਾ ਨਹੀਂ, ਸਭ ਧਰਮਾਂ ਦਾ ਸਤਿਕਾਰ ਹੈ, ਪਰ ਜੇਕਰ ਆਪਾਂ ਸਨਾਤਨ ਧਰਮ ਦੇ ਕਰਮ ਕਾਂਡ ਦੀ ਗੱਲ ਕਰੀਏ, ਇੰਨੇ ਕੋ ਕਰਮ ਕਾਂਡ ਹੈ, ਜੇਕਰ ਮਨੁੱਖ ਸਾਰੇ ਕਰਮ ਕਾਂਡ ਆਪਣੇ ਜੀਵਨ ਦੇ ਵਿੱਚ ਕਰਨਾ ਚਾਹਵੇ ਤੇ ਉਹ ਪੂਰੇ ਨਹੀਂ ਕਰ ਸਕਦਾ। ਇੰਨੇ ਕੋ ਜ਼ਿਆਦਾ ਬੰਧਨ ਨੇ। ਕਹਿਣ ਲੱਗੇ ਉਹ ਆਪ ਤੇ ਕਰਮ ਕਾਂਡਾਂ ਦੇ ਵਿੱਚ ਡੁੱਬੇ ਪਏ ਨੇ ਤੇ ਆਪਣਿਆਂ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਉਹਨਾਂ ਨੇ ਬਹਾ ਦਿੱਤਾ ਹੈ, ਰੋੜ ਦਿੱਤਾ ਹੈ ਬਹਾ ਦੇ ਵਿੱਚ, ਕਿਉਂਕਿ ਉਹਨਾਂ ਨੂੰ ਆਪ ਨੂੰ ਸੋਝੀ ਨਹੀਂ। ਸੋ ਇਸ ਤਰ੍ਹਾਂ ਕਬੀਰ ਸਾਹਿਬ ਕਹਿਣ ਲੱਗੇ ਨੇ ਐਸੇ ਗੁਰੂ ਜੋ ਭਰਮ ਦੇ ਵਿੱਚੋਂ ਨਹੀਂ ਕੱਢ ਸਕਦੇ, ਜੋ ਜੀਵਾਂ ਨੂੰ ਹਮੇਸ਼ਾ ਭਰਮ ਦੇ ਵਿੱਚ ਹੀ ਪਾ ਕਰਕੇ ਰੱਖਦੇ ਨੇ, ਐਸੇ ਗੁਰੂ ਤੋਂ ਕੀ ਲੈਣਾ ਹੈ। कबीर जेते पाप किए राखे तले दुराए। ਕਹਿਣ ਲੱਗੇ ਜੀਵ ਪਾਪ ਕਰਦਾ ਹੈ, ਪਾਪ ਹੋ ਜਾਂਦੇ ਨੇ, ਜਾਣੇ ਅਣਜਾਣੇ ਵਿੱਚ ਹੋ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹ ਕੀਤੇ ਹੋਏ ਪਾਪ ਨੂੰ ਆਪਣੇ ਪਛਚਾਤਾਪ ਵਿੱਚ ਨਾ ਰੱਖ ਕੇ ਰਾਖੈ ਤਲੇ ਦੁਰਾਏ, ਆਪਣੀ ਬੁੱਧੀ ਦੀ ਸਿਆਣਪ ਦੇ ਨਾਲ ਉਹਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ। परगट पे निदान सब जब पूछे धर्म राय। ਕਹਿਣ ਲੱਗੇ ਉਹ ਸਾਰੇ ਪ੍ਰਗਟ ਹੋ ਜਾਣਗੇ ਅਖੀਰ ਨੂੰ, ਅੰਤ ਨੂੰ, ਜਦੋਂ ਧਰਮ ਰਾਏ ਨੇ, ਜਦ ਪੁੱਛੇ ਧਰਮ ਰਾਏ, ਜਦੋਂ ਧਰਮ ਰਾਏ ਨੇ ਇਹ ਲੇਖਾ ਲੈਣਾ ਹੈ, ਉਦੋਂ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਪ੍ਰਗਟ ਹੋ ਜਾਂਦੇ ਹਨ। ਉੱਥੇ ਕੋਈ ਵੀ ਮਨੁੱਖ ਕੀਤੇ ਹੋਏ ਆਪਣੇ ਜਿਹੜੇ ਕਰਮ ਨੇ, ਭਾਵੇਂ ਸ਼ੁਭ ਤੇ ਭਾਵੇਂ ਅਸ਼ੁਭ, ਉਹਨਾਂ ਨੂੰ ਲੁਕੋ ਨਹੀਂ ਸਕਦਾ। कबीर हर का सिमरन छाड़ के पालियो बहुत कुटुंब। ਕਹਿਣ ਲੱਗੇ ਵਾਹਿਗੁਰੂ ਦਾ ਸਿਮਰਨ ਛੱਡ ਕੇ ਆਪਣੇ ਪਰਿਵਾਰ, ਆਪਣੇ ਕੁਟੁੰਬ ਨੂੰ ਪਾਲਣ ਦੇ ਵਿੱਚ ਹੀ ਲੱਗਿਆ ਰਿਹਾ। ਇਹਨਾਂ ਦੇ ਵਾਸਤੇ ਦਿਨ ਰਾਤ ਭੱਜਦਾ ਦੌੜਦਾ ਰਿਹਾ, ਪਰ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। धंधा करता रह गया पाई रहया न बंद। ਕਹਿਣ ਲੱਗੇ ਧੰਦਾ ਕਰਤਾ ਰਹਿ ਗਿਆ। ਹੁਣ ਕਾਰਜ ਕਰਦਿਆਂ, ਕੰਮ ਕਰਦਿਆਂ, ਧੰਦਾ ਕਰਦਿਆਂ ਹੋਇਆਂ ਆਪ ਇਹ ਸਰੀਰ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ, ਤੇ ਇਹਦੇ ਨਾਲ ਜਿਹੜੇ ਭਾਈ ਮਿੱਤਰ ਬੇਲੀ ਸਨ ਉਹ ਵੀ ਕੋਈ ਨਹੀਂ ਰਹੇ। ਭਾਵ ਜੋ ਆਇਆ ਸਭ ਨੇ ਇਸ ਸੰਸਾਰ ਤੋਂ ਚਲਿਆ ਜਾਣਾ ਹੈ। ਕਬੀਰ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ ਕਿ ਸਾਡੇ ਪਹਿਲੇ ਬਜ਼ੁਰਗ, ਦਾਦੇ ਪੜਦਾਦੇ ਜਾਂ ਉਸ ਤੋਂ ਪਹਿਲਾਂ ਸਾਰੇ ਇਹ ਕੰਮ ਧੰਦਾ ਕਰਦਿਆਂ ਕਰਦਿਆਂ ਹੀ ਸੰਸਾਰ ਤੋਂ ਖਤਮ ਹੋ ਗਏ। ਇਹ ਤਾਂ ਇਸੇ ਤਰ੍ਹਾਂ ਚੱਲਦਾ ਹੀ ਰਹਿਣਾ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਉਹਨਾਂ ਨੇ ਆਪਣਾ ਆਪ ਸਵਾਰ ਲਿਆ, ਤੇ ਜਿਨ੍ਹਾਂ ਨੇ ਨਹੀਂ ਸਵਾਰਿਆ, ਜਿੱਥੇ ਪਹਿਲਾਂ ਚਲੇ ਗਏ ਨੇ ਉੱਥੇ ਇਹ ਵੀ ਚਲੇ ਜਾਣਗੇ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਤੋਂ ਖਿਮਾ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ, श्रेष्ठ मत बुद्ध अनुसार कथा विचार कर सकिए। भुल्लण अंदर सब को अपुल गुरु करतार, देहो सज्जन असीसड़ियाँ ज्यों होवै साहब स्यो मेल। अज शनिवार है तो शनिवार का विशेष दीवान वाहेगुरु गुरमंत्र है, जप हउमै खोई। आपां सारे रल मिल करके संगती रूप दे विच सिमरन दे विच हाजरियां भरदे हाँ। साडे बहुत सत्कारयोग रागी भाई वरिंदर सिंह जी अते नाल ही खालसा गुरमत अकैडमी के विद्यार्थी आप जी नाल
ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਸਿਮਰਨ ਦੀਆਂ ਤਰੰਗਾਂ ਦੇ ਨਾਲ ਹਾਜ਼ਰੀ ਭਰਨਗੇ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਬੀਰ ਹਰ ਕਾ ਸਿਮਰਨ ਛਾੜ ਕੇ, ਪਾਲਿਓ ਬਹੁਤ ਕੁਟੰਬ, ਤੰਦਾ ਕਰਤਾ ਰਹਿ ਗਿਆ, ਪਾਈ ਰਹਿਆ ਨ ਬੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ